स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ ਏਆਈ ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਅਧਿਆਪਕ ਦਿਵਸ ਤੇ ਖਾਸ ਤੌਰ ਤੇ ਅਧਿਆਪਕਾਂ ਨੂੰ ਯਾਦ ਕੀਤਾ ਜਾਂਦਾ ਹੈ ਔਰ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਤੋਂ ਵੀ ਵੱਧ ਕਿਸੇ ਦਾ ਦਰਜਾ ਤਾਂ ਅਧਿਆਪਕ ਦਾ ਹੈ, ਕਿਉਂਕਿ ਅਧਿਆਪਕ ਹੀ ਸਾਡੇ ਚਾਨਣ ਮੁਨਾਰੇ ਨੇ। ਅਧਿਆਪਕ ਹੀ ਸਾਡੀ ਉਂਗਲ ਫੜ ਕੇ ਦੱਸਦੇ ਨੇ ਕਿ ਰੱਬ ਦੀ ਪ੍ਰਾਪਤੀ, ਸਮਾਜ ਦੇ ਵਿੱਚ ਚੇਤਨਤਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ। ਤੇ ਇੱਕ ਅਧਿਆਪਕ ਜਦੋਂ ਸੜਕਾਂ ਤੇ ਧੱਕੇ ਖਾਂਦਾ ਫਿਰੇ, ਜਦੋਂ ਡਾਂਗਾ ਖਾਂਦਾ ਫਿਰੇ, ਜਦੋਂ ਪਾਣੀ ਦੀਆਂ ਬੁਛਾਰਾਂ ਖਾਂਦਾ ਫਿਰੇ, ਤਾਂ ਉਸ ਸਮਾਜ ਦੀ ਤਰੱਕੀ ਕਿਵੇਂ ਹੋ ਸਕਦੀ ਹੈ, ਉਹਦੀ ਆਉਣ ਵਾਲੀ ਪਨੀਰੀ ਇੱਕ ਚਾਨਣ ਨੂੰ ਕਿਵੇਂ ਦੇਖ ਸਕਦੀ ਹੈ, ਇਹ ਸੋਚਣ ਵਾਲੀ ਗੱਲ ਜ਼ਰੂਰ ਹੋਵੇਗੀ। ਬੜੇ ਸ਼ਾਨਾਂ ਮਤੇ ਇਤਿਹਾਸ ਹੈ ਅਧਿਆਪਕ ਦਿਵਸ ਦਾ, ਬੜੇ ਸ਼ਾਨ ਦੇ ਨਾਲ ਮਨਾਉਂਦੇ ਹਾਂ, ਪਰ ਉਦੋਂ ਇਹ ਸ਼ਾਨ ਫਿੱਕੀ ਪੈਂਦੀ ਨਜ਼ਰ ਆਉਂਦੀ ਹੈ ਜਦੋਂ ਸਾਡੇ ਅਧਿਆਪਕ ਜਾਂ ਤਾਂ ਟੈਂਕੀਆਂ ਤੇ ਚੜ੍ਹੇ ਹੁੰਦੇ ਨੇ, ਜਾਂ ਟਾਵਰਾਂ ਤੇ ਚੜ੍ਹੇ ਹੁੰਦੇ ਨੇ, ਜਾਂ ਆਤਮ ਹੱਤਿਆ ਕਰਨ ਦੇ ਲਈ ਨਹਿਰਾਂ ਦੇ ਵਿੱਚ ਛਾਲਾਂ ਮਾਰਦੇ ਨੇ। ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਅਧਿਆਪਕਾਂ ਦੇ ਨਾਲ ਅਜਿਹਾ ਕੁਝ ਹੋਏਗਾ ਤਾਂ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ ਕਿ ਸਾਡੀ ਆਉਣ ਵਾਲੀ ਪਨੀਰੀ ਨੂੰ ਇਹ ਅਧਿਆਪਕ ਜਾਗਰੂਕ ਕਰਨਗੇ ਸਹੀ ਤਰੀਕੇ ਦੇ ਨਾਲ ਆਪਣੇ ਹੱਕ ਹਕੂਕ ਦੇ ਲਈ। ਆਪਣੇ ਹੱਕ ਹਕੂਕ ਹੀ ਉਹਨਾਂ ਨੂੰ ਨਹੀਂ ਮਿਲ ਰਹੇ ਤਾਂ ਉਹ ਬੱਚਿਆਂ ਨੂੰ ਚੇਤਨ ਕਿਵੇਂ ਕਰ ਸਕਦੇ ਨੇ। ਅਕਸਰ ਹੀ ਸਰਕਾਰਾਂ ਨੂੰ ਇਹ ਲਾਂਭੇ ਦਿੱਤੇ ਜਾਂਦੇ ਨੇ ਕਿ ਸਰਕਾਰ ਗੰਭੀਰ ਨਹੀਂ ਹੈ ਸਿੱਖਿਆ ਨੂੰ ਲੈ ਕੇ। ਸਰਕਾਰ ਇਹ ਚਾਹੁੰਦੀ ਨਹੀਂ ਕਿ ਸਾਡੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ, ਸਾਡੇ ਬੱਚੇ ਕੋਈ ਸਵਾਲ ਕਰ ਸਕਣ, ਇਸ ਕਰਕੇ ਸਰਕਾਰਾਂ ਕੁਝ ਨਹੀਂ ਕਰਦੀਆਂ। ਪਰ ਸਵਾਲ ਇੱਥੇ ਇਹ ਹੈ ਕਿ ਜੇਕਰ ਕਦੇ ਕੋਈ ਸਰਕਾਰ ਕੁਝ ਕਰਦੀ ਹੈ ਤਾਂ ਦੂਜੀ ਸਰਕਾਰ ਆ ਕੇ ਉਹ ਸਾਰੀਆਂ ਚੀਜ਼ਾਂ ਦਾ ਸ਼੍ਰੇ ਪਿਛਲੀ ਸਰਕਾਰ ਨੂੰ ਨਾ ਮਿਲ ਜੇ, ਉਸ ਨੂੰ ਨਿਸਤੋ ਨਾਬੂਦ ਕਰਨ ਦੇ ਕਿਉਂ ਤੁਲੀਆਂ ਹੁੰਦੀਆਂ ਨੇ। ਤੁਹਾਨੂੰ ਯਾਦ ਹੋਏਗਾ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸੀਗੇ ਪਿਛਲੀ ਸਰਕਾਰ ਦੇ ਵਿੱਚ, ਔਰ ਉਦੋਂ ਇਹ ਕਿਹਾ ਗਿਆ ਸੀਗਾ ਕਿ ਉਹ ਹੋਣਹਾਰ ਬੱਚੇ ਜਿਹੜੇ ਖਾਸ ਤੌਰ ਤੇ ਆਰਥਿਕ ਪੱਖੋਂ ਕਮਜ਼ੋਰ ਨੇ, ਉਹਨਾਂ ਦੇ ਲਈ ਇਹ ਮੈਰੀਟੋਰੀਅਸ ਸਕੂਲ ਇੱਕ ਵਰਦਾਨ ਸਾਬਤ ਹੋ ਰਹੇ ਸੀਗੇ। ਖਾਣ ਪੀਣ ਤੋਂ ਲੈ ਕੇ, ਰਹਿਣ ਸਹਿਣ ਤੋਂ ਲੈ ਕੇ, ਪੜ੍ਹਾਈ ਤੱਕ ਲੈ ਕੇ, ਟਿਊਸ਼ਨ ਫੀਸ ਤੱਕ ਲੈ ਕੇ ਸਾਰੇ ਖਰਚੇ ਸਰਕਾਰ ਵੱਲੋਂ ਕੀਤੇ ਜਾਂਦੇ ਸੀਗੇ, ਸਿਰਫ ਉਹਨਾਂ ਬੱਚਿਆਂ ਦੇ ਲਈ ਜੋ ਲਾਇਕ ਨੇ, ਉਹਨਾਂ ਬੱਚਿਆਂ ਦੇ ਲਈ ਜੋ ਹੋਣਹਾਰ ਨੇ। ਪਰ ਉਹ ਬੱਚੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਸੀ, ਅੱਗੇ ਨਹੀਂ ਆ ਸਕਦੇ ਸੀਗੇ, ਇਸ ਕਰਕੇ ਉਹਨਾਂ ਦੇ ਲਈ ਇਹ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸੀਗੇ। ਹੁਣ ਮੈਰੀਟੋਰੀਅਸ ਸਕੂਲ ਦਮ ਕਿਉਂ ਤੋੜਦੇ ਜਾ ਰਹੇ ਨੇ? ਮੈਰੀਟੋਰੀਅਸ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਸੜਕਾਂ ਤੇ ਕਿਉਂ ਨੇ? ਇਹ ਵੀ ਸਵਾਲ ਖੜਾ ਹੁੰਦਾ ਹੈ। ਅੱਜ ਅਧਿਆਪਕ ਦਿਵਸ ਤੇ ਸਮਰਪਿਤ ਅਸੀਂ ਇਹ ਦੋ ਮੁੱਦੇ ਜ਼ਰੂਰ ਚੱਕਾਂਗੇ। ਜਿਹੜੇ ਬੇਰੁਜ਼ਗਾਰ ਅਧਿਆਪਕ ਨੇ, ਜਿਨ੍ਹਾਂ ਦੇ ਉੱਤੇ ਤੁਸੀਂ ਕਿਹਾ ਕਿ ਪਹਿਲਾਂ ਤੁਸੀਂ ਈਟੀਟੀ ਕਰੋ ਤਾਂ ਤੁਹਾਨੂੰ ਨੌਕਰੀ ਮਿਲੇਗੀ, ਈਟੀਟੀ ਕਰ ਲਈ, ਇਸ ਸਭ ਦੇ ਬਾਵਜੂਦ ਵੀ ਉਹਨਾਂ ਨੂੰ ਟੈਂਕੀਆਂ ਤੇ ਚੜ੍ਹਨਾ ਪੈ ਰਿਹਾ, ਟਾਵਰਾਂ ਤੇ ਚੜ੍ਹਨਾ ਪੈ ਰਿਹਾ, ਨੌਕਰੀਆਂ ਨਹੀਂ ਮਿਲ ਰਹੀਆਂ। ਵਾਰ-ਵਾਰ ਸਰਕਾਰਾਂ ਦਾਅਵੇ ਵਾਅਦੇ ਕਰਦੀਆਂ ਨੇ, ਮੀਟਿੰਗਾਂ ਕਰਦੀਆਂ ਨੇ, ਕਮੇਟੀਆਂ ਬਣਾਈਆਂ ਜਾਂਦੀਆਂ ਨੇ, ਪਰ ਨੌਕਰੀਆਂ ਨਹੀਂ ਮਿਲ ਰਹੀਆਂ। ਮੈਰੀਟੋਰੀਅਸ ਸਕੂਲ ਦੇ ਅਧਿਆਪਕ ਸੜਕਾਂ ਤੇ ਨੇ ਆਪਣੇ ਭਵਿੱਖ ਨੂੰ ਲੈ ਕੇ, ਮੈਰੀਟੋਰੀਅਸ ਸਕੂਲਾਂ ਦੇ ਭਵਿੱਖ ਨੂੰ ਲੈ ਕੇ। ਮੈਰੀਟੋਰੀਅਸ ਸਕੂਲਾਂ ਦਾ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਕਿ ਸਰਕਾਰ ਉਹਨਾਂ ਦੀ ਕਿੰਨੀ ਕੁ ਇਮਦਾਦ ਕਰਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਖਰਚੇ ਨੇ ਉਹ ਕਿਸੇ ਪਾਸੋਂ ਵਸੀਲੇ ਹੋਰ ਨਹੀਂ ਨੇ, ਸਿਰਫ ਤੇ ਸਿਰਫ ਵਸੀਲਾ ਜਿਹੜਾ ਉਹ ਸਰਕਾਰ ਵੱਲੋਂ ਚੁੱਕਿਆ ਜਾਂਦਾ ਹੈ। ਜੇਕਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ, ਜੇ ਮੈਰੀਟੋਰੀਅਸ ਸਕੂਲ ਖਤਮ ਹੋ ਗਏ ਤਾਂ ਯਕੀਨਨ ਤੌਰ ਤੇ ਉਹ ਬੱਚੇ ਜਿਹੜੇ ਲਾਇਕ ਨੇ, ਜਿਨ੍ਹਾਂ ਦਾ ਭਵਿੱਖ ਉਜਵਲ ਬਣ ਸਕਦਾ ਹੈ, ਪਰ ਫਾਈਨੈਂਸ਼ੀਅਲੀ ਤੌਰ ਤੇ ਵੀਕ ਹੋਣ ਕਰਕੇ ਉਹ ਅੱਗੇ ਨਹੀਂ ਆ ਪਾਉਂਦੇ ਤੇ ਉਹ ਅੱਗੇ ਨਹੀਂ ਆ ਪਾਉਣਗੇ। ਇਹ ਦੋ ਅਹਿਮ ਮੁੱਦਿਆਂ ਤੇ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਮਹਿਮਾਨਾਂ ਦੇ ਨਾਲ ਜਾਣ ਪਛਾਣ ਕਰਾ ਦਿੰਦੇ ਹਾਂ, ਫਿਰ ਤੁਹਾਨੂੰ ਇੱਕ ਖਾਸ ਰਿਪੋਰਟ ਵੀ ਦਿਖਾਵਾਂਗੇ। ਕੁਲਵਿੰਦਰ ਬਾਠ ਸਾਡੇ ਨਾਲ ਮੌਜੂਦ ਨੇ, ਪ੍ਰਧਾਨ ਨੇ ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਪੰਜਾਬ ਦੇ। ਸ਼ੈਲਿੰਦਰ ਕੰਬੋਜ ਜੀ ਸਾਡੇ ਨਾਲ ਮੌਜੂਦ ਨੇ, ਮੈਂਬਰ ਨੇ ਈਟੀਟੀ ਟੈਟ ਪਾਸ ਬੇਰੁਜ਼ਗਾਰ ਯੂਨੀਅਨ ਪੰਜਾਬ ਦੇ। ਔਰ ਬਲਬੀਰ ਸਿੰਘ ਢੋਲ ਸਾਹਿਬ ਸਾਬਕਾ BPI ਨੇ ਤੇ ਚੇਅਰਮੈਨ ਨੇ PSEB ਦੇ। ਬਹੁਤ ਬਹੁਤ ਧੰਨਵਾਦ ਢੋਲ ਸਾਹਿਬ ਤੁਹਾਡਾ ਵੀ, ਕਿਉਂਕਿ ਬੜਾ ਜ਼ਰੂਰੀ ਹੈ ਕਿ ਇੱਕ ਅਫਸਰ ਦੀ ਜ਼ਬਾਨੀ ਸੁਣਨਾ ਕਿ ਸਾਡਾ ਸਿੱਖਿਆ ਦਾ ਢਾਂਚਾ ਕਿੱਧਰ ਵੱਲ ਨੂੰ ਜਾ ਰਿਹਾ, ਕਿੰਨੀਆਂ ਕੁ ਜ਼ਰੂਰਤਾਂ ਨੇ ਅਧਿਆਪਕਾਂ ਦੀਆਂ ਪੂਰੀਆਂ ਕਰਨ ਦੀਆਂ, ਤੇ ਮੈਰੀਟੋਰੀਅਸ ਸਕੂਲਾਂ ਦੀ ਪੰਜਾਬ ਦੇ ਵਿੱਚ ਅੱਜ ਜ਼ਰੂਰਤ ਕੀ ਹੈ, ਮਹੱਤਤਾ ਕੀ ਹੈ। ਸਭ ਤੋਂ ਪਹਿਲਾਂ ਮੈਰੀਟੋਰੀਅਸ ਸਕੂਲਾਂ ਨਾਲ ਸੰਬੰਧਿਤ ਇੱਕ ਖਾਸ ਪੇਸ਼ਕਸ਼ ਦੇਖੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਡੈਪੂਟੇਸ਼ਨ ਜਿਨ੍ਹਾਂ ਉੱਤੇ ਜ਼ਿੰਮੇਵਾਰੀ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਲਾਇਕ ਬਣਾਉਣ ਦੀ ਹੋਵੇ, ਜਿਨ੍ਹਾਂ ਉੱਤੇ ਜ਼ਿੰਮੇਵਾਰੀ ਹੀਰਿਆਂ ਨੂੰ ਤਰਾਸ਼ਣ ਦੀ ਹੋਵੇ, ਉਹ ਅਧਿਆਪਕ ਖੁਦ ਕਿਸੇ ਕੋਹਿਨੂਰ ਤੋਂ ਘੱਟ ਕਿਵੇਂ ਹੋ ਸਕਦੇ ਨੇ? ਪਰ ਪੰਜਾਬ ਸਰਕਾਰ ਦੇ ਰਾਜ ਵਿੱਚ ਉਹ ਅਧਿਆਪਕ ਵੀ ਸੜਕਾਂ ਤੇ ਹੀ ਨਜ਼ਰ ਆ ਰਹੇ ਨੇ। ਉਹ ਅਧਿਆਪਕ ਵੀ ਰੋਸ ਮੁਜ਼ਾਹਰੇ ਕਰਨ ਨੂੰ ਮਜਬੂਰ ਨੇ। ਉਹ ਅਧਿਆਪਕ ਵੀ ਆਪਣਾ ਹੱਕ ਲੈਣ ਦੇ ਲਈ ਨਾਅਰੇਬਾਜ਼ੀ ਕਰਨ ਨੂੰ ਮਜਬੂਰ ਨੇ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਇਹਨਾਂ ਮੈਰੀਟੋਰੀਅਸ ਅਧਿਆਪਕਾਂ ਦੇ ਵਿਰੋਧ ਦੀ ਵਜ੍ਹਾ ਦੱਸੀਏ, ਜ਼ਰਾ ਸੁਣੋ ਇਹਨਾਂ ਦੀ ਕਾਬਲੀਅਤ ਜੋ ਪੰਜਾਬ ਸਰਕਾਰ ਦੇ ਮੰਤਰੀਆਂ ਤੋਂ ਕਿਤੇ ਵੱਧ ਹੋਵੇਗੀ। 260 ਅਧਿਆਪਕਾਂ ਦੇ ਵਿੱਚ 75 ਟੀਚਰ UGC ਨੈਟ ਪਾਸ ਨੇ, 65 ਟੀਚਰਾਂ ਨੇ MPhil ਕੀਤੀ ਹੋਈ ਹੈ, 35 ਟੀਚਰ PhD ਨੇ, 25 ਟੀਚਰ ਆਪਣੇ ਵਿਸ਼ੇ 'ਚ 골ਡ ਮੈਡਲਿਸਟ ਨੇ। ਇਹਨਾਂ ਟੀਚਰਾਂ ਦੇ ਵਿੱਚ 60% ਟੀਚਰ ਰਿਸਰਚਰ ਨੇ, ਆਪਣੇ ਵਿਸ਼ੇ 'ਚ ਰਿਸਰਚ ਕਰ ਰਹੇ ਨੇ, ਅੱਜ ਵੀ ਕਰ ਰਹੇ ਨੇ। ਸਾਡੇ ਕੁਝ ਸਾਇੰਸ ਦੇ ਟੀਚਰਾਂ ਦੇ ਜਿਹੜੇ ਰਿਸਰਚ ਪੇਪਰ ਨੇ ਉਹ ਨਾਸਾ ਦੀ, ਅਮਰੀਕਾ ਦੀ ਜਿਹੜੀ ਮਤਲਬ
ਸੰਸਥਾ ਗਈ, ਉਹਦੀ ਲਾਇਬ੍ਰੇਰੀ ਦੇ ਵਿੱਚ ਸਾਡੇ ਰਿਸਰਚ ਪੇਪਰ ਛਪੇ ਹੋਏ ਨੇ ਸਾਇੰਸ ਵਾਲਿਆਂ ਦੇ। ਤਾਂ ਸੁਣਿਆ ਤੁਸੀਂ, ਕੋਈ ਐਮਫਿਲ, ਕੋਈ ਪੀਐਚਡੀ, ਕੋਈ ਨੈਟ ਪਾਸ, ਕੋਈ ਰਿਸਰਚਰ। ਅਜਿਹੇ ਅਧਿਆਪਕ ਬੇਸਿਕ ਤਨਖਾਹ ਤੇ ਕੰਮ ਕਰਨ ਨੂੰ ਤਿਆਰ ਨੇ, ਸਿਰਫ ਇਸ ਲਈ ਤਾਂ ਜੋ ਸਰਕਾਰ ਇਹਨਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ। ਪਰ ਕੈਪਟਨ ਸਰਕਾਰ ਇਹਨਾਂ 350 ਅਧਿਆਪਕਾਂ ਨਾਲ ਅਜਿਹਾ ਵਾਅਦਾ ਕਰਨ ਦੇ ਬਾਵਜੂਦ ਪੂਰਾ ਨਹੀਂ ਕਰ ਰਹੇ, ਜਿਸ ਦਾ ਹੁਣ ਇਹ ਰੋਸ ਪ੍ਰਗਟਾ ਰਹੇ ਨੇ। 2018 ਦੇ ਵਿੱਚ ਗਵਰਨਮੈਂਟ ਸੁਸਾਇਟੀਆਂ ਨੂੰ ਇੱਕ ਲੈਟਰ ਕੱਢਦੀ ਹੈ। ਉਸ ਲੈਟਰ 'ਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਸਾਰੀਆਂ ਸੁਸਾਇਟੀਆਂ ਦੇ ਅਧਿਆਪਕਾਂ ਨੂੰ ਬੇਸਿਕ ਤਨਖਾਹ ਤੇ ਸਿੱਖਿਆ ਵਿਭਾਗ 'ਚ ਰੈਗੂਲਰ ਕੀਤਾ ਜਾਣਾ। ਮੁਲਾਜ਼ਮ ਵਾਸਤੇ ਤਨਖਾਹ ਬੜੀ ਇੰਪੋਰਟੈਂਟ ਹੁੰਦੀ ਹੈ, ਬਟ ਅਸੀਂ ਬੜੇ ਦੁਖੀ ਮਨ ਨਾਲ ਉਸ ਪ੍ਰਪੋਜ਼ਲ ਨੂੰ ਸਵੀਕਾਰ ਕੀਤਾ ਕਿ ਅਸੀਂ ਬੇਸਿਕ ਤਨਖਾਹ ਤੇ ਰੈਗੂਲਰ ਕੰਮ ਕਰਨ ਲਈ ਤਿਆਰ ਹਾਂ, ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰ ਦਿੱਤਾ ਜਾਵੇ। ਪਰ ਉਸ ਮੌਜੂਦਾ ਸਰਕਾਰ ਨੇ ਸਾਥੋਂ ਕਲਿੱਕ ਕਰਵਾ ਵੀ ਲਿਆ, ਕੰਸੈਂਟ ਵੀ ਲੈ ਲਿਆ, ਸਹਿਮਤੀ ਵੀ ਲੈ ਲਈ। 8886 ਅਧਿਆਪਕਾਂ ਦਾ ਨੋਟੀਫਿਕੇਸ਼ਨ ਕਰਤਾ, ਸਾਡਾ ਛੱਡਤਾ। ਉਦੋਂ ਬਾਅਦ ਮੈਂ 7 ਮਹੀਨੇ ਹੋ ਗਏ ਪੰਜਾਬ ਦੇ ਹਰੇਕ ਕੈਬਨਿਟ ਮਿਨਿਸਟਰ ਨੂੰ ਮਿਲਿਆ, ਕਿਸੇ ਕੋਲੇ ਸਾਡੀ ਗੱਲ ਦਾ ਜਵਾਬ ਹੈ ਨਹੀਂ। ਸਾਨੂੰ ਬਹੁਤ ਚਿਰ ਹੋ ਗਿਆ ਆਪਣੀਆਂ ਮੰਗਾਂ ਅਸੀਂ ਸਿੱਖਿਆ ਮੰਤਰੀ ਅੱਗੇ, ਅਸੀਂ ਕੈਬਨਿਟ ਮੰਤਰੀਆਂ ਅੱਗੇ ਵੀ ਆਪਣੀ ਗੱਲ ਨੂੰ ਪੇਸ਼ ਕੀਤਾ ਹੈਗਾ ਤੇ ਉਹ ਇਹ ਕਹਿੰਦੇ ਨੇ, ਅਸ਼ੋਰਿਟੀ ਦਿੰਦੇ ਨੇ ਹਰ ਟਾਈਮ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਵਾਜਿਬ ਨੇ, ਅਸੀਂ ਉਹਨਾਂ ਨੂੰ ਪੂਰੀਆਂ ਕਰਾਂਗੇ। ਪਰ ਹਰ ਵਾਰ ਸਾਨੂੰ ਸਿਰਫ ਇੱਕ ਦਿਲਾਸਾ ਜਿਹਾ ਦੇ ਦਿੱਤਾ ਜਾਂਦਾ ਹੈ, ਕਦੀ ਵੀ ਮਤਲਬ ਪੋਜ਼ਿਟਿਵ ਕਹਿੰਦੇ ਨੇ ਕਿ ਹੋਏਗਾ, ਬਟ ਅਸੀਂ ਵੇਟ ਕਰਦੇ ਰਹਿ ਜਾਂਦੇ ਆ, ਕੋਈ ਵੀ ਸਾਨੂੰ ਉਹਨਾਂ ਦਾ ਜਵਾਬ ਜਿਹੜਾ ਹੈਗਾ ਨਹੀਂ ਆਇਆ। ਪਿਛਲੀ ਅਕਾਲੀ ਦਲ ਸਰਕਾਰ ਵਿੱਚ ਪੰਜਾਬ ਵਿੱਚ ਬਣਾਏ ਗਏ ਮੈਰੀਟੋਰੀਅਸ ਸਕੂਲ ਉਹਨਾਂ ਹੋਣਹਾਰ ਵਿਦਿਆਰਥੀਆਂ ਦੇ ਲਈ ਸਨ ਜੋ ਗਰੀਬ ਤਬਕੇ ਤੋਂ ਆਉਂਦੇ ਨੇ। ਪੰਜਾਬ ਵਿੱਚ ਖੋਲ੍ਹੇ ਗਏ ਇਹਨਾਂ 10 ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੱਕ ਦੇ ਲਈ ਤਿਆਰੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰਹਿਣ ਲਈ ਹੋਸਟਲ ਅਤੇ ਖਾਣ ਪੀਣ, ਵਰਦੀ ਅਤੇ ਕਿਤਾਬਾਂ ਵਰਗੀ ਸਹੂਲਤ ਸਰਕਾਰ ਵੱਲੋਂ ਹੀ ਦਿੱਤੀ ਜਾਂਦੀ ਹੈ। ਪਰ ਇਹਨਾਂ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਹੁਣ ਜਦੋਂ ਸੜਕਾਂ ਤੇ ਰੁਲਦੇ ਰਹਿਣਗੇ ਤਾਂ ਉਹਨਾਂ ਦਾ ਭਵਿੱਖ ਹਨੇਰੇ ਵਿੱਚ ਜਾਣਾ ਵੀ ਤੈਅ ਹੀ ਹੈ। ਤੇ ਜਦੋਂ ਪੂਰਾ ਦੇਸ਼ ਅਧਿਆਪਕ ਦਿਵਸ ਮਨਾ ਰਿਹਾ ਹੈ, ਉਦੋਂ ਪੰਜਾਬ ਸਰਕਾਰ ਵੱਲੋਂ ਆਪਣੇ ਅਧਿਆਪਕਾਂ ਦੇ ਹੱਕ ਖੋ ਕੇ ਉਹਨਾਂ ਨੂੰ ਜੋ ਸਨਮਾਨ ਦਿੱਤਾ ਜਾ ਰਿਹਾ ਹੈ, ਉਹ ਵਾਕਈ ਨਿੰਦਨਯੋਗ ਹੈ। ਗਗਨਦੀਪ ਆਹੂਜਾ, ਪੀਟੀਸੀ ਨਿਊਜ਼, ਪਟਿਆਲਾ। ਸੋ ਇਹ ਕਹਾਣੀ ਹੈ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਅਧਿਆਪਕਾਂ ਦੀ। ਤੁਸੀਂ ਸਹਿਜੇ ਅੰਦਾਜ਼ਾ ਲਾਓ ਕਿ ਜਿਹੜੇ ਅਧਿਆਪਕ ਆਪਣੇ ਹੱਕ ਹਕੂਕ ਦੇ ਲਈ ਸੜਕਾਂ ਤੇ ਨੇ, ਤਾਂ ਕਿਵੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਪੂਰੀ ਤਨਦੇਹੀ ਦੇ ਨਾਲ ਬੱਚਿਆਂ ਨੂੰ ਪੜ੍ਹਾਉਣਗੇ, ਜਦਕਿ ਉਹਨਾਂ ਦਾ ਧਿਆਨ ਵੀ ਵੰਡਿਆ ਹੋਏਗਾ। ਥੋੜ੍ਹੇ ਤੇ ਤੁਹਾਨੂੰ ਮੈਰੀਟੋਰੀਅਸ ਸਕੂਲਾਂ ਬਾਰੇ ਇੱਕ ਵਾਰ ਫਿਰ ਤੋਂ ਦੱਸ ਦਈਏ। ਦਰਅਸਲ ਸਾਲ 2014 ਦੇ ਵਿੱਚ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਸੀਗੇ ਪਿਛਲੀ ਸਰਕਾਰ ਵੱਲੋਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਜਦੋਂ ਇਹ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ। ਇਹ ਕਿਹਾ ਜਾਂਦਾ ਕਿ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹ ਡ੍ਰੀਮ ਪ੍ਰੋਜੈਕਟ ਸੀਗਾ। ਗਰੀਬ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਪੂਰੇ ਸੂਬੇ ਦੇ ਵਿੱਚ 10 ਅਜਿਹੇ ਸਕੂਲ ਖੋਲ੍ਹੇ ਗਏ ਨੇ। ਵਿਦਿਆਰਥੀਆਂ ਨੂੰ ਹੋਸਟਲ, ਖਾਣ ਪੀਣ, ਵਰਦੀ ਤੇ ਕਿਤਾਬਾਂ ਦੀ ਸਹੂਲਤ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ। 11ਵੀਂ 12ਵੀਂ ਦੇ ਨਾਲ ਉੱਚ ਸਿੱਖਿਆ ਤੇ ਐਂਟਰੈਂਸ ਟੈਸਟ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ ਇਹਨਾਂ ਸਕੂਲਾਂ ਦੇ ਵਿੱਚ। ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ JEE ਮੇਨਸ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਦੇ ਵਿੱਚ ਚੰਗੇ ਰੈਂਕ ਹਾਸਲ ਕੀਤੇ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿੱਦਾਂ ਦੀ ਉੱਥੇ ਸਿੱਖਿਆ ਹੋਏਗੀ। ਇਹਨਾਂ ਸਕੂਲਾਂ ਦੇ ਅਧਿਆਪਕ PhD, MPhil ਅਤੇ UGC ਨੈਟ ਪਾਸ ਨੇ। ਇਹ ਅਧਿਆਪਕ ਤਾਂ ਵੀ ਸੜਕਾਂ ਤੇ ਨੇ। ਇਸ ਤੋਂ ਇਲਾਵਾ ਇੱਕ ਹੋਰ ਅਹਿਮ ਮੁੱਦਾ ਜਿਹੜਾ ਉਹ ਹੈਗਾ ETT ਟੈਟ ਪਾਸ ਅਧਿਆਪਕਾਂ ਦਾ। ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਸੜਕਾਂ ਤੇ ਨੇ। ਸਰਕਾਰ ਵਾਰ-ਵਾਰ ਦਾਅਵੇ ਉਹਨਾਂ ਨਾਲ ਕਰਦੀ ਹੈ, ਵਾਅਦੇ ਕਰਦੀ ਹੈ ਕਿ ਜ਼ਰੂਰ ਉਹਨਾਂ ਨੂੰ ਪੱਕਾ ਕੀਤਾ ਜਾਏਗਾ, ਪਰ ਉਹ ਨਹੀਂ ਕੀਤਾ ਜਾਂਦਾ। ਸਾਰੀਆਂ ਐਲੀਜੀਬਿਲਿਟੀਜ਼ ਨੇ ਜਿਹੜੀਆਂ ਉਹ ਪੂਰੀਆਂ ਕਰਨ ਦੇ ਬਾਵਜੂਦ ਵੀ ਉਹ ਸੜਕਾਂ ਤੇ ਨੇ। ਗ੍ਰਾਫਿਕ ਜ਼ਰੀਏ ਉਹਨਾਂ ਦੀਆਂ ਮੰਗਾਂ ਵੀ ਦਿਖਾ ਦਿੰਦੇ ਆ ਕਿ ਕਿੰਨੇ ਉਹ ਅਧਿਆਪਕ ਨੇ। ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਆਸ ਹੈ, ਕਿਉਂਕਿ ਜਦੋਂ ਸਰਕਾਰ ਕੋਈ ਜਾਣ ਲੱਗਦੀ ਹੈ ਤਾਂ ਬੜੀ ਆਸ ਰਹਿੰਦੀ ਹੈ। ETT ਟੈਟ ਪਾਸ ਅਧਿਆਪਕ ਧੱਕੇ ਖਾਣ ਨੂੰ ਮਜਬੂਰ ਨੇ, ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ। ਲਗਭਗ 15,000 ਤੋਂ ਵੀ ਵੱਧ ਅਧਿਆਪਕ ਨੇ ਜਿਹੜੇ ਉਹ ਨੌਕਰੀ ਦੇ ਲਈ ਧਰਨੇ ਲਾ ਰਹੇ ਨੇ ਕਿ ਸਾਨੂੰ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਕਾਂਗਰਸ ਨੇ ਕੱਚੇ ਅਧਿਆਪਕਾਂ ਨੂੰ ਸਰਕਾਰ ਬਣਦੇ ਹੀ ਪੱਕਾ ਕਰਨ ਦਾ ਵਾਅਦਾ ਕੀਤਾ ਸੀਗਾ ਕਿ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਏਗਾ। ਅਧਿਆਪਕ ਦਿਵਸ ਤੇ ਵੀ ਅਧਿਆਪਕ ਨੌਕਰੀ ਵੀ ਹੋਣੇ ਕਿਉਂ, ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ। ਸ਼ੁਰੂਆਤ ਕੁਲਵਿੰਦਰ ਬਾਠ ਹੋਰਾਂ ਤੋਂ ਕਰਦੇ ਹਾਂ। ਬਾਠ ਸਾਹਿਬ, ਸਵਾਲ ਇਹ ਖੜਾ ਹੁੰਦਾ ਹੈ ਕਿ ਮੈਰੀਟੋਰੀਅਸ ਸਕੂਲ, ਉਹਨਾਂ ਦਾ ਭਵਿੱਖ ਜਿਹੜਾ ਤੁਹਾਨੂੰ ਕੀ ਲੱਗਦਾ ਕਿ ਉਹ ਸੁਰੱਖਿਅਤ ਹੈ? ਖਾਸ ਤੌਰ ਤੇ ਇੱਕ ਆਸ਼ੇ ਦੇ ਲਈ, ਇੱਕ ਆਸ ਦੇ ਲਈ ਜਦੋਂ ਸਕੂਲ ਖੋਲ੍ਹੇ ਗਏ ਕਿ ਗਰੀਬ ਹੋਣਹਾਰ ਬੱਚੇ ਨੇ ਜਿਹੜੇ ਉਹ ਉੱਥੇ ਪੜ੍ਹਾਏ ਜਾ ਸਕਣ, ਪਰ ਤੁਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੋ, ਇਹਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਤੇ ਨਹੀਂ ਪੈਂਦਾ? ਬਿਲਕੁਲ ਸਰ, ਜਿਵੇਂ ਤੁਸੀਂ ਡਿਟੇਲ ਦੇ ਵਿੱਚ ਦੱਸਿਆ ਹੈ, ਜਿਹੜੇ ਮੈਰੀਟੋਰੀਅਸ ਸਕੂਲ ਨੇ 2014 ਦੇ ਵਿੱਚ ਸਰਕਾਰ ਨੇ ਖੋਲ੍ਹੇ ਸੀ। ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ 10 ਹੋ ਜਾਂਦੀ ਹੈ, ਪਹਿਲਾਂ ਇਹਨਾਂ ਦੀ ਗਿਣਤੀ 6 ਸੀ।
ਬਾਦਲ ਸਰਕਾਰ ਦਾ ਮਤਲਬ ਉਸ ਸਮੇਂ ਦੀ ਪੰਜਾਬ ਸਰਕਾਰ ਦਾ ਇਹ ਸਿੱਖਿਆ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਉਦਮ ਸੀ, ਕਿਉਂਕਿ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਗਰੀਬ ਪਰਿਵਾਰਾਂ ਦੇ ਮੱਧ ਵਰਗੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ, ਇੰਟੈਲੀਜੈਂਟ ਬੱਚੇ ਜਦੋਂ ਮਤਲਬ ਪ੍ਰਾਈਵੇਟ ਸਿੱਖਿਆ ਲੈਂਦੇ ਨੇ, ਕਮਰਸ ਦੀ ਜਾਂ ਮੈਡੀਕਲ ਦੀ ਜਾਂ ਨਾਨ ਮੈਡੀਕਲ ਦੀ, ਪੰਜਾਬ 'ਚ ਤੁਸੀਂ ਦੇਖੋਗੇ ਅੱਜ ਕੱਲ੍ਹ 1.5 ਲੱਖ ਰੁਪਇਆ ਫੀਸ ਹੈ, ਬਹੁਤ ਫੀਸ ਹੈ। ਤੇ ਸਾਡੇ ਕੋਲੇ ਜਿਹੜੇ ਬੱਚੇ ਇੰਟੈਲੀਜੈਂਟ ਦਾਖਲਾ ਮਿਲਦਾ ਸੀ ਐਂਟਸ ਦੇ ਰਾਹੀਂ, ਸਾਰੀਆਂ ਸਹੂਲਤਾਂ ਤੁਸੀਂ ਦੱਸੀਆਂ ਆਲਰੇਡੀ ਫ੍ਰੀ ਨੇ, ਸਰਕਾਰ ਵੱਲੋਂ ਨੇ, ਫ੍ਰੀ ਆਫ ਕਾਸਟ ਨੇ, ਤੇ ਜਿਹੜੇ ਟੀਚਰ ਸਾਡੇ ਇਹਨਾਂ ਸਕੂਲਾਂ 'ਚ ਭਰਤੀ ਕੀਤੇ ਗਏ ਸੀ ਉਹਨਾਂ ਦੇ ਜਿਹੜੇ ਮਾਪਦੰਡ ਸੀ, ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇਤਿਹਾਸ ਹੈ ਕਿ ਇੱਕ ਵੀ ਭਰਤੀ ਇਹਨਾਂ ਮਾਪਦੰਡਾਂ ਤੇ ਨਹੀਂ ਹੋਈ ਜਿਹੜੀ ਸਾਡੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਹੋਈ ਹੈ। ਇਹਨਾਂ ਦੇ ਵਿੱਚ ਗਵਰਨਮੈਂਟ ਪਹਿਲਾਂ ਸਾਡਾ ਟੈਸਟ ਲੈਂਦੀ ਹੈ, ਫਿਰ ਸਾਡਾ ਮਤਲਬ ਟੀਚਿੰਗ ਡੈਮੋ ਲੈਂਦੀ ਹੈ, ਕਿਉਂਕਿ ਇੰਗਲਿਸ਼ ਮੀਡੀਅਮ ਸਕੂਲ ਨੇ, ਫਿਰ ਸਾਡੀ ਇੰਟਰਵਿਊ ਹੁੰਦੀ ਹੈ। ਇੰਟਰਵਿਊ ਪੈਨਲ ਦੇ ਵਿੱਚ ਉਸ ਸਮੇਂ ਦੇ ਸਿੱਖਿਆ ਸਕੱਤਰ ਬੈਠਦੇ ਨੇ, 2 ਯੂਨੀਵਰਸਿਟੀਆਂ ਦੇ ਵੀਸੀ ਬੈਠਦੇ ਨੇ, 2 ਹਰੇਕ ਵਿਸ਼ੇ ਦੇ ਵਿਸ਼ਾ ਮਾਹਰ ਬੈਠਦੇ ਨੇ। ਕੀ ਬਾਤ ਹੈ। ਮਤਲਬ ਇਸ ਪ੍ਰਕਿਰਿਆ ਰਾਹੀਂ ਭਰਤੀ ਹੋਣ ਕਾਰਨ ਜਿਹੜੇ ਸਾਰੇ ਟੀਚਰ ਭਰਤੀ ਹੋਏ ਉਹ ਆਪਣੇ ਵਿਸ਼ੇ ਦੇ ਬਹੁਤ ਮਾਹਰ ਅਧਿਆਪਕ ਨੇ, ਉਹ ਯੂਨੀਵਰਸਿਟੀ 'ਚ ਪੜ੍ਹਾਉਣ ਦੀ ਯੋਗਤਾ ਰੱਖਦੇ ਨੇ। ਨੋ ਡਾਊਟ, ਜਿਵੇਂ ਤੁਸੀਂ ਦੱਸਿਆ ਕਿ ਆਏ ਸਾਲ ਜਦੋਂ ਸਰਕਾਰ ਹੁਣ ਲੈਕਚਰਾਰਾਂ ਦੀ ਗਵਰਨਮੈਂਟ ਨੇ ਭਰਤੀ ਕੀਤੀ ਹੈ, ਸਾਡੇ ਮਤਲਬ 40 ਅਧਿਆਪਕ ਲੈਕਚਰਰ ਸਿਲੈਕਟ ਹੋ ਗਏ, 26 ਅਧਿਆਪਕ ਮਾਸਟਰ ਕੈਡਰ ਦੇ ਵਿੱਚ ਸਿਲੈਕਟ ਹੋ ਗਏ ਨੇ। ਇਹਨਾਂ ਦੇ ਨਾਲ ਜਿਹੜੇ ਸਾਡੀ 320 ਦੀ ਗਿਣਤੀ ਸੀ ਅੱਜ ਘਟ ਕੇ ਫਿਰ ਪੌਣੇ 300 ਰਹਿ ਗਈ ਹੈ ਜੀ। ਇੱਥੇ ਇਹ ਰੈਜ਼ੀਡੈਂਸ਼ੀਅਲ ਸਕੂਲ ਨੇ, ਅਧਿਆਪਕਾਂ ਦਾ ਇੱਥੇ ਆ ਕੇ ਜਦੋਂ ਦਾ ਤਜਰਬਾ ਬਣਦਾ ਉਹ ਹਰੇਕ ਪੁਆਇੰਟ ਤੋਂ ਕੰਮ ਕਰਦਾ ਹੈ, ਕਿਉਂਕਿ ਬੱਚਾ 10 ਸਾਲ ਸਕੂਲ ਦੇ ਵਿੱਚ ਪੜ੍ਹ ਕੇ ਸਾਡੇ ਕੋਲੇ ਰਿਹਾਇਸ਼ੀ ਸਕੂਲ ਦੇ ਵਿੱਚ ਆਉਂਦਾ ਹੈ, ਉਹਦੇ ਅਸੀਂ ਅਧਿਆਪਕ ਵੀ ਹਾਂ, ਉਹਦੇ ਅਸੀਂ ਮਾਂ ਵੀ ਹਾਂ, ਉਹਦੇ ਪਿਓ ਵੀ ਹਾਂ, ਉਹਦੇ ਅਸੀਂ ਭੈਣ ਵੀ ਹਾਂ, ਭਰਾ ਵੀ ਹਾਂ, ਬੱਚੇ ਦਾ ਜ਼ਿੰਮੇਵਾਰੀ ਪੂਰੀ ਹੈ ਤੁਹਾਡੀ। ਹਾਂਜੀ। ਉਹਦੇ ਕਾਰਨ ਮਤਲਬ ਪ੍ਰੋਬਲਮ ਕੀ ਆ ਰਹੀ, ਜੋ ਸਾਡੇ ਮਤਲਬ ਜਿਹੜੇ ਟੀਚਰ ਸਾਡੇ ਛੱਡ ਕੇ ਜਾਂਦੇ ਨੇ ਰੈਗੂਲਰ ਜੌਬ ਦੇ ਵਿੱਚ, ਉਹ ਬੜੇ ਮਤਲਬ ਦੁਖੀ ਮਨ ਨਾਲ ਜਾਂਦੇ ਨੇ। ਉਹ ਟੀਚਰ ਇੱਕ ਇੰਨਾ ਅੱਛਾ ਤਜਰਬਾ ਉਹਦੇ ਕੋਲੇ ਵੀ ਮੈਰੀਟੋਰੀਅਸ ਸਕੂਲਾਂ ਦੇ ਭਵਿੱਖ ਨੂੰ ਉਸ ਟੀਚਰ ਨੇ ਕਿੰਨਾ ਅੱਗੇ ਲੈ ਕੇ ਜਾਣਾ ਸੀ, ਬਟ ਉਹ ਦੁਖੀ ਮਨ ਨਾਲ ਰੈਗੂਲਰ ਜੌਬ ਦੇ ਛੱਡ ਕੇ ਚਲਾ ਜਾਂਦਾ ਹੈ। ਉਹਦੇ ਨਾਲ ਸਕੂਲਾਂ ਦਾ ਮਤਲਬ ਲਾਸ ਹੁੰਦਾ ਹੈ। ਹੁਣ ਜਿਵੇਂ ਆਹ ਲੈਕਚਰਾਂ ਦੀ ਭਰਤੀ ਸਾਡੇ ਮਤਲਬ 40 ਟੀਚਰ ਜਿਹੜੇ ਸਿਲੈਕਟ ਹੋ ਗਏ ਨੇ, ਇਹਦੇ ਨਾਲ ਹੁਣ ਗਵਰਨਮੈਂਟ ਨੇ ਮੈਂਟਸ ਲੈਣਾ, ਸਰਕਾਰ ਨੇ ਬੱਚੇ ਲੈ ਕੇ ਆਉਣੇ ਨੇ, ਉਹਦੇ ਨਾਲ ਫਿਰ ਮਤਲਬ ਜਿਹੜੇ ਤਜਰਬੇਕਾਰ ਅਧਿਆਪਕ ਸੀ ਜਿਨ੍ਹਾਂ ਨੂੰ 5-5 7-7 ਸਾਲ ਦਾ ਤਜਰਬਾ ਹੋ ਗਿਆ ਮੈਰੀਟੋਰੀਅਸ ਸਕੂਲਾਂ 'ਚ ਪੜਾਉਣ ਦਾ, ਉਹ ਚਲੇ ਗਏ ਨੇ। ਉਹ ਖੱਪਾ ਪੈਦਾ ਹੋ ਜਾਂਦਾ, ਉਹ ਪੂਰਾ ਨਹੀਂ ਹੁੰਦਾ ਜਲਦੀ। ਬਿਲਕੁਲ ਉਹਦੇ ਨਾਲ ਲਾਸ ਪੈਣੇ ਹੋ ਰਿਹਾ ਜੀ ਬੱਚਿਆਂ ਦਾ। ਸਾਹਿਬ ਹੁਣ ਉਹ ਅਧਿਆਪਕ ਜਾਂਦੇ ਕਿਉਂ ਨੇ? ਉਹ ਸਿਰਫ ਇਸ ਕਰਕੇ ਜਾਂਦੇ ਨੇ ਕਿਉਂਕਿ ਤੁਸੀਂ ਰੈਗੂਲਰ ਨਹੀਂ ਹੋ ਇੱਥੋਂ, ਤੁਹਾਡੀਆਂ ਤਨਖਾਹਾਂ ਉਸ ਸਕੇਲ ਦੀਆਂ ਨੇ, ਸਿਰਫ ਇਸ ਕਰਕੇ ਸਕੂਲ ਛੱਡੇ ਜਾਂਦੇ ਨੇ? ਬਿਲਕੁਲ ਸਰ, ਮੈਂ ਹੁਣ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ, ਇੱਕ ਵੀ ਅਧਿਆਪਕ ਸਾਡਾ ਇਹ ਸਕੂਲ ਛੱਡਣਾ ਨਹੀਂ ਚਾਹੁੰਦਾ। ਜਿਹੜੀ ਗਵਰਨਮੈਂਟ ਕਹਿ ਰਹੀ ਸੀ ਸਮਾਰਟ ਸਕੂਲ ਬਣਾਏ ਨੇ, ਇਹ 2014 ਦੇ ਸਮਾਰਟ ਸਕੂਲ ਨੇ। ਇਹਨਾਂ ਇੱਕ ਸਕੂਲ ਦੇ ਵਿੱਚ 50-50 ਕਰੋੜ ਰੁਪਇਆ ਲਾ ਕੇ ਸਰਕਾਰ ਨੇ ਇਨਫਰਾਸਟ੍ਰਕਚਰ ਖੜਾ ਕੀਤਾ ਹੋਇਆ ਹੈ। ਇਸ ਤਰ੍ਹਾਂ ਦੀਆਂ ਸਹੂਲਤਾਂ 2014 ਦੇ ਵਿੱਚ ਸਕੂਲਾਂ ਦੇ ਜਿਹੜੀਆਂ ਦਿੱਤੀਆਂ ਹੋਈਆਂ ਨੇ, ਮਤਲਬ ਤੁਸੀਂ ਦੇਖ ਕੇ ਹੈਰਾਨ ਹੋਵੋਗੇ, ਬੱਚੇ ਨੂੰ ਹਰੇਕ ਪ੍ਰਕਾਰ ਦੀ ਸਹੂਲਤ ਹੈ। ਉਹ ਟੀਚਰ ਜਿਹੜਾ ਉਸ ਪਲੇਟਫਾਰਮ ਤੇ ਪੜ੍ਹਾ ਰਿਹਾ ਹੈ, ਕਿਉਂਕਿ ਉਹ PhD ਆ, UGC ਨੈਟ MPhil ਹੈ, ਉਹ ਇਸੇ ਪਲੇਟਫਾਰਮ ਤੇ ਪੜ੍ਹਾ ਕੇ ਸੰਤੁਸ਼ਟ ਹੈ। ਉਹਦੇ ਨਤੀਜੇ ਤੁਸੀਂ ਦੇਖੋ, ਆਏ ਸਾਲ ਬੱਚੇ ਮੈਰਿਟ 'ਚ ਆਉਂਦੇ ਨੇ ਸਾਡੇ। ਮੈਂ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਹੈ, ਆ CA ਬੱਚੇ ਸਾਡੇ ਕਲੀਅਰ ਕਰਕੇ ਪਾਸ ਕਰ ਗਏ ਨੇ। ਆ ਵੈਟਰਨਰੀ ਦਾ ਹੁਣ ਗਵਰਨਮੈਂਟ ਟੈਸਟ ਲੈ ਰਹੀ ਹੈ, ਇਹਦੇ 'ਚ ਸਾਡੇ 20 ਬੱਚੇ ਸ਼ਾਰਟ ਲਿਸਟ ਹੋਏ ਨੇ। ਪਹਿਲੇ 100 ਦੇ ਵਿੱਚ ਸਾਡੇ 20 ਬੱਚੇ ਸਾਡੇ ਮੈਰੀਟੋਰੀਅਸ ਸਕੂਲਾਂ ਦੇ ਨੇ। ਵਾਹ, ਕੀ ਬਾਤ ਹੈ। ਇਹ ਉੱਜਲ ਭਵਿੱਖ ਹੈਗਾ, ਤੇ ਇਹ ਭਵਿੱਖ ਤਾਂ ਹੀ ਕਾਇਮ ਰਹਿ ਸਕਦਾ ਜੇਕਰ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ। ਇਹ ਜਿਹੜੇ ਪ੍ਰੋਜੈਕਟ ਨੇ, ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਪ੍ਰੋਜੈਕਟ ਨੇ, ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਖਾਸ ਤੌਰ ਤੇ ਪੇਂਡੂ ਤਬਕੇ ਦੇ ਜਿਹੜੇ ਬੱਚੇ ਨੇ, ਹੋਣਹਾਰ ਬੱਚੇ ਨੇ, ਉਹ ਸਿਰਫ ਨਿਗਾਹ ਰੱਖਦੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਸੀਂ ਜਾ ਪਾਵਾਂਗੇ ਨਹੀਂ ਜਾ ਪਾਵਾਂਗੇ, ਸਾਡੀ ਜੇਬ ਅਲਾਉ ਨਹੀਂ ਕਰਦੀ। ਜਦੋਂ ਉਹਨਾਂ ਦੇ ਮਾਪਿਆਂ ਦੀ ਜੇਬ ਅਲਾਉ ਨਹੀਂ ਕਰਦੀ, ਫਿਰ ਉਹਨਾਂ ਦੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਰਸਤਾ ਰਹਿ ਜਾਂਦਾ ਹੈ, ਜਾਂ ਤਾਂ ਬੱਚਿਆਂ ਦੀ ਪੜ੍ਹਾਈ ਹਟਾ ਦਿੱਤੀ ਜਾਵੇ, ਉਹਨਾਂ ਨੂੰ ਕਿਸੇ ਕੰਮਕਾਰ ਲਾ ਦਿੱਤਾ ਜਾਵੇ, ਜਾਂ ਬੱਚੇ ਜਿੱਥੇ ਪੜ੍ਹ ਰਹੇ ਨੇ ਉੱਥੇ ਹੀ ਰਹਿਣ ਦਿੱਤਾ ਜਾਵੇ। ਇਹ ਇੱਕ ਸੁਨਹਿਰੀ ਮੌਕਾ ਜਿਹੜਾ ਉਹ ਉਹਨਾਂ ਤੋਂ ਖੁੰਝ ਜਾਂਦਾ ਹੈ। ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਬਟ ਸਾਹਿਬ, ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਵੀ ਜਾਣਨਾ ਚਾਹੁੰਦਾ, ਫਿਰ ਮੈਂ ਢੋਲ ਸਾਹਿਬ ਕੋਲ ਦੁਬਾਰਾ ਜਾਵਾਂਗਾ। ਸਰਕਾਰ ਕੀ ਕਹਿੰਦੀ ਹੈ? ਸਰਕਾਰ ਦੇ ਨਾਲ ਤੁਹਾਡੀ ਲਗਾਤਾਰ ਮੀਟਿੰਗਾਂ ਵੀ ਹੋਈਆਂ, ਗੱਲਾਂ ਵੀ ਹੋਈਆਂ, ਕਿਤੇ ਟਿਕਦੀ ਹੋਈ ਨਜ਼ਰ ਆਉਂਦੀ ਸਰਕਾਰ? ਚੋਣ ਵਾਅਦਾ ਕੀਤਾ ਗਿਆ ਸੀ ਕਿ ਜਿਹੜੇ ਕੱਚੇ ਅਧਿਆਪਕ ਨੇ ਉਹ ਪੱਕੇ ਕੀਤੇ ਜਾਣਗੇ। ਸਾਨੂੰ ਬੜੀ ਆਸ ਸੀ, ਕਿਉਂਕਿ ਸਾਡੀ ਭਰਤੀ ਤਾਂ ਕੋਈ ਸਮੱਸਿਆ ਨਹੀਂ ਸੀ ਸਰਕਾਰ ਨੂੰ। ਅਸੀਂ ਮਤਲਬ ਸਾਰੀ ਸਰਕਾਰੀ ਪ੍ਰਕਿਰਿਆ ਦੇ ਰਾਹੀਂ ਭਰਤੀ ਹੋਏ ਹੋਏ ਹਾਂ। ਤੇ ਸਾਡੇ ਨਾਲ ਨਾ 2018 ਜਿਹੜਾ ਤੁਸੀਂ ਸ਼ੁਰੂ ਚ ਦੱਸਿਆ, 31 ਜੁਲਾਈ 2018 ਚ ਗਵਰਨਮੈਂਟ ਇੱਕ ਲੈਟਰ ਕੱਢਦੀ ਹੈ ਪੰਜਾਬ ਸਰਕਾਰ ਦੇ ਰਾਹੀਂ। ਇਸ ਲੈਟਰ ਦੇ ਵਿੱਚ ਗਵਰਨਮੈਂਟ ਨੇ ਸਾਫ਼-ਸਾਫ਼ ਲਿਖਿਆ ਹੈ ਕਿ SSA ਰਾਮਸਾ ਮੈਰੀਟੋਰੀਅਸ ਸਕੂਲ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਣਾ ਬੇਸਿਕ ਸੈਲਰੀ ਤੇ। ਕਿਉਂਕਿ ਸਾਡੇ ਆਲਰੇਡੀ ਟੀਚਰ ਮਤਲਬ ਉਸ ਟਾਈਮ ਜੌਬ ਛੱਡ ਕੇ ਮਾਸਟਰ ਕਾਡਰ ਚ ਜਾ ਰਹੇ ਸੀ ਬੇਸਿਕ ਸੈਲਰੀ ਤੇ। ਅਸੀਂ ਉਸ ਨੂੰ ਬੜੇ ਦੁਖੀ ਮਨ ਨਾਲ ਐਕਸੈਪਟ ਕੀਤਾ, ਕਿਉਂਕਿ ਮੁਲਾਜ਼ਮ ਵਾਸਤੇ ਸੈਲਰੀ ਮਤਲਬ ਬਹੁਤ ਇੰਪੋਰਟੈਂਟ ਹੁੰਦੀ ਹੈ। ਉਹਦੇ ਸਾਡੇ ਜਿਹੜੇ ਮਾਪਿਆਂ ਨੇ ਸਾਨੂੰ PhD UGC ਨੈਟ ਤੱਕ ਦੀ ਪੜ੍ਹਾਈ ਕਰਵਾਈ, MPhil ਤੱਕ ਦੀ ਪੜ੍ਹਾਈ ਕਰਾਈ ਹੈ। ਬਹੁਤ ਮਹਿੰਗੀਆਂ ਫੀਸਾਂ ਸਾਡੀਆਂ ਯੂਨੀਵਰਸਿਟੀਆਂ 'ਚ ਲੱਗੀਆਂ ਨੇ। ਅਸੀਂ ਬਹੁਤ ਮਿਹਨਤ ਕਰਕੇ ਇੱਥੇ ਆਏ ਹਾਂ। ਅਸੀਂ ਮਤਲਬ ਉਸ ਪ੍ਰਪੋਜ਼ਲ ਨੂੰ ਗਵਰਨਮੈਂਟ ਦੇ ਨੂੰ ਐਕਸੈਪਟ ਕੀਤਾ, ਸਵੀਕਾਰ ਕੀਤਾ ਕਿ ਅਸੀਂ ਬੇਸਿਕ ਸੈਲਰੀ ਤੇ ਕੰਮ ਕਰਨ ਨੂੰ ਤਿਆਰ ਹਾਂ। ਅਸੀਂ ਕਲਿੱਕ ਵੀ ਕੀਤਾ ਜੀ ਪੰਜਾਬ ਪੋਰਟਲ ਤੇ, ਸਾਨੂੰ 7 ਦਿਨਾਂ ਦਾ ਟਾਈਮ ਦਿੱਤਾ ਸੀ। ਅਸੀਂ ਉਸ ਹੀ ਲਿਖਤੀ ਕੰਸੈਂਟ ਨੂੰ ਵੀ ਸਰਕਾਰ ਦੇ ਪਲੇਟਫਾਰਮ ਤੇ ਪਹੁੰਚਾਇਆ, ਮਤਲਬ ਟੇਬਲ ਤੇ ਅਸੀਂ ਸੈਕਟਰੀ ਸਾਹਿਬ ਦੇ ਰੱਖਿਆ ਕਿ ਸਾਨੂੰ ਮਤਲਬ ਰੈਗੂਲਰ ਕਰ ਦਿੱਤਾ ਜਾਵੇ। ਪਰ ਗਵਰਨਮੈਂਟ 19/10/18 ਨੂੰ ਜਿਹੜਾ ਨੋਟੀਫਿਕੇਸ਼ਨ ਕਰਦੀ ਆ,
ਇਸ ਨੋਟਸ ਦੇ ਆਧਾਰ ਤੇ ਜਿਹਦੇ 'ਚ ਸਾਡਾ ਵੀ ਨਾਮ ਆ, ਸਾਡੇ ਸਕੂਲਾਂ ਨੂੰ ਛੱਡ ਦਿੰਦੀ ਹੈ। ਰਾਮਸਾ ਮਾਡਲ ਤੇ ਐਸਐਸਏ ਨੂੰ ਰੈਗੂਲਰ ਕਰ ਦਿੱਤਾ 8886 ਅਧਿਆਪਕਾਂ ਨੂੰ। ਨਹੀਂ, ਇਹਦੇ ਪਿੱਛੇ ਲੌਜੀਕ ਕੀ ਹੈ, ਕਿਉਂ ਛੱਡਿਆ ਗਿਆ? ਉਹਦੇ ਵਿੱਚ ਅਸੀਂ ਮਤਲਬ ਉਸ ਸਮੇਂ ਦੇ ਓਪੀ ਜਿਹੜੇ ਸੋਨੀ ਸਿੱਖਿਆ ਮੰਤਰੀ ਸੀਗੇ ਉਹਨਾਂ ਨੂੰ ਮੈਂ ਮਿਲਿਆ, ਮਾਨਯੋਗ ਸਿੱਖਿਆ ਸਕੱਤਰ ਜਿਹੜੇ ਪ੍ਰੈਜ਼ੈਂਟ ਵੀ ਨੇ ਉਹਨਾਂ ਨੂੰ ਵੀ ਮਿਲਿਆ। ਉਹਨਾਂ ਨੇ ਸਾਨੂੰ ਮੰਤਰੀ ਸਾਹਿਬ ਕਹਿੰਦੇ ਵੀ ਰਾਮਸਾ ਦਾ ਰੌਲਾ ਪੈ ਗਿਆ ਬਹੁਤ ਜ਼ਿਆਦਾ, ਇਹਨੂੰ ਸ਼ਾਰਟ ਆਊਟ ਕਰ ਲੈਂਦੇ, ਅਸੀਂ ਤੁਹਾਨੂੰ ਰੈਗੂਲਰ ਕਰਾਂਗੇ। ਫਿਰ ਤੁਹਾਨੂੰ ਪਤਾ ਹੀ ਹੈ 4.5 ਸਾਲਾਂ 'ਚ ਤੁਸੀਂ 3 ਸਿੱਖਿਆ ਮੰਤਰੀ ਬਦਲ ਗਏ। ਅਸੀਂ ਹਰੇਕ ਮੰਤਰੀ ਨੂੰ ਮਿਲੇ, ਹਰੇਕ ਕੈਬਨਿਟ ਮਿਨਿਸਟਰ ਨੂੰ ਮਿਲਿਆ। ਮੈਂ ਆਹ ਨੋਟਸ ਲੈ ਕੇ ਵੀ ਦੇਖੋ, ਮੈਂ ਸਾਡੇ ਜਿਹੜੇ ਖਜ਼ਾਨਾ ਮੰਤਰੀ ਨੇ ਮਨਪ੍ਰੀਤ ਬਾਦਲ ਜੀ, ਉਹਨਾਂ ਨੂੰ ਮੈਂ 5 ਵਾਰੀ ਮਿਲਿਆ। ਮੈਂ ਕਿਹਾ ਸਰ ਤੁਹਾਡਾ ਜੇ ਖਜ਼ਾਨਾ ਖਾਲੀ ਹੈ, ਅਸੀਂ 2018 ਦੀ 31 ਜੁਲਾਈ ਨੂੰ ਤੁਹਾਨੂੰ ਕਹਿ ਰਹੇ ਹਾਂ ਵੀ ਸਾਡਾ 22 ਕਰੋੜ ਰੁਪਇਆ ਬਣਦਾ ਹੈ। ਮੈਂ ਪੀਟੀਸੀ ਮਾਧਿਅਮ ਦੇ ਨਿਊਜ਼ ਮਾਧਿਅਮ ਦੇ ਨਾਲ ਦੱਸਣਾ ਚਾਹਣਾ ਹੈ ਕਿ ਸਾਡੀ ਤਨਖਾਹ 2 ਸਾਲਾਂ ਦੀ ਜਿਹੜੀ ਅਸੀਂ ਘਟਾ ਰਹੇ ਹਾਂ 22 ਕਰੋੜ ਰੁਪਇਆ ਬਣਦਾ ਹੈ। ਇਹ ਜਿਹੜੇ ਟੀਚਰ ਆਪਣੀ ਤਨਖਾਹ ਤੁਹਾਡਾ ਜਿਹੜਾ ਸਰਕਾਰ ਢੰਡੋਰਾ ਪਿੱਟਦੀ ਹੈ ਕਿ ਖਜ਼ਾਨਾ ਖਾਲੀ ਹੈ, ਮੈਂ ਮੰਤਰੀ ਸਾਹਿਬ ਨੂੰ ਮਿਲਿਆ, ਖਜ਼ਾਨਾ ਮੰਤਰੀ ਜੀ ਨੂੰ, ਕਿ ਸਾਡਾ ਤੁਸੀਂ ਤਨਖਾਹ ਕੱਟ ਲਓ। ਅਸੀਂ 18 ਚ ਵੀ ਸਹਿਮਤ ਸੀ, ਅੱਜ ਵੀ ਸਹਿਮਤ ਹਾਂ। ਜਿਹੜਾ ਸਾਡਾ ਨੋਟੀਫਿਕੇਸ਼ਨ ਪੈਂਡਿੰਗ ਉਹ ਜਾਰੀ ਕਰੋ। ਤੇ ਪੰਜਾਬ ਦੇ ਇੰਨੇ ਪੜ੍ਹੇ ਲਿਖੇ ਅਧਿਆਪਕ ਨੇ, ਇਹਨਾਂ ਦੇ ਮਾਪੇ ਚਿੰਤਤ ਨੇ। ਤੁਸੀਂ ਦੇਖੋ ਵੀ ਜਿਹੜੇ ਸਾਡੇ 골ਡ ਮੈਡਲ ਟੀਚਰ ਨੇ, PhD ਨੇ, MPhil ਨੇ, ਉਹਨਾਂ ਦੇ ਮਾਪੇ ਕਿੰਨੇ ਪਰੇਸ਼ਾਨ ਹੋਣਗੇ ਵੀ ਅੱਜ ਕੱਲ ਆਪਣਾ ਬੱਚਾ ਪੜਾਉਣੇ ਆ। ਹਰੇਕ ਸੋਚਦਾ ਮੈਂ ਔਰ ਇੰਨਾ ਹਾਇਰ ਐਜੂਕੇਸ਼ਨ ਕਰਵਾ ਕੇ ਵੀ ਧੱਕੇ ਖਾਣ ਲਈ ਮਜਬੂਰ ਨੇ। ਚਲੋ ਇੱਕ ਮਿੰਟ, ਮੈਂ ਢੋਲ ਸਾਹਿਬ ਕੋਲ ਜਾਣਾ। ਢੋਲ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਆ ਰਹੀ ਹੈ। ਬਲਬੀਰ ਸਿੰਘ ਢੋਲ ਸਾਹਿਬ, ਮੈਂ ਇੱਕ ਗੱਲ ਉਦੋਂ ਬੜੀ ਵਾਇਰਲ ਹੋਈ ਸੀ, ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਇਹ ਕਿਹਾ ਗਿਆ ਸੀਗਾ ਕਿ ਸਾਰੇ ਪਾਸੇ ਸਿਫਾਰਿਸ਼ ਚੱਲ ਜਾਏਗੀ, ਪਰ ਮੈਰੀਟੋਰੀਅਸ ਸਕੂਲਾਂ ਦੇ ਮਾਮਲੇ ਦੇ ਵਿੱਚ ਸਿਫਾਰਿਸ਼ ਨਹੀਂ ਚੱਲਦੀ, ਨਾ ਬੱਚਿਆਂ ਲਈ ਨਾ ਅਧਿਆਪਕਾਂ ਦੇ ਲਈ, ਕਿਉਂਕਿ ਉਹ ਇੱਕ ਮਾਡਲ ਦੇ ਤੌਰ ਤੇ ਉਹ ਸਕੂਲ ਬਣਾਏ ਗਏ ਸੀਗੇ, ਉਹ ਹੁਣ ਹਰ ਬੱਚਿਆਂ ਦੇ ਲਈ ਹੀ ਬਣਾਏ ਗਏ ਸੀਗੇ। ਤੁਹਾਨੂੰ ਲੱਗਦਾ ਹੈ ਕਿ ਅਜਿਹੀਆਂ ਧਰੋਹਰਾਂ ਨੂੰ ਬਚਾਉਣ ਦੀ ਜ਼ਰੂਰਤ ਹੈਗੀ ਹੈ, ਬਚਾਇਆ ਵੀ ਜਾਵੇ, ਨਾਲ ਹੋਰ ਵੀ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣ, ਪਰ ਇਹ ਤਾਂ ਹੀ ਸੰਭਵ ਹੋ ਪਾਊਗਾ ਜੇ ਫੈਕਲਟੀ ਜਿਹੜੇ ਅਧਿਆਪਕ ਨੇ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ? ਹਰਪ੍ਰੀਤ ਜੀ, ਇਸ ਤੋਂ ਪਹਿਲਾਂ ਮੰਗਾਂ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੈਰੀਟੋਰੀਅਸ ਜਿਹੜੇ ਸਕੂਲ ਸੀ ਉਹਦੇ ਪਿੱਛੇ ਆਬਜੈਕਟਿਵ ਕੀ ਸੀਗਾ। ਉਹਦਾ ਜਿਹੜਾ ਆਬਜੈਕਟਿਵ ਹੈ ਉਹ 5 ਆਬਜੈਕਟਿਵ ਸੀ ਮੇਨ। ਮੈਨੂੰ ਕੋਈ ਆਵਾਜ਼ ਆ ਰਹੀ ਹੈ ਜੀ ਵਿੱਚੋਂ? ਜੀ ਆ ਰਹੀ ਜੀ ਆਵਾਜ਼ ਤੁਹਾਡੀ। ਹਾਂ, ਅੱਜ ਉਹ 5 ਮੇਨ ਆਬਜੈਕਟਿਵ ਸੀਗੇ। ਨੰਬਰ 1, ਮੈਰੀਟੋਰੀਅਸ ਜਿਵੇਂ ਨਾ ਹੈ ਕਿ ਮੈਰੀਟੋਰੀਅਸ ਸਟੂਡੈਂਟਸ ਦੀ ਐਡਮਿਸ਼ਨ। ਨੰਬਰ 2, ਉਹ ਫ੍ਰੀ ਹੋਏਗੀ ਐਜੂਕੇਸ਼ਨ। ਨੰਬਰ 3, ਰਹਿائش ਫ੍ਰੀ ਹੋਏਗੀ, ਖਾਣਾ ਫ੍ਰੀ ਹੋਏਗਾ। ਮੋਰਓਵਰ ਉਹਨਾਂ ਸਟੂਡੈਂਟਸ ਨੂੰ ਕੋਚਿੰਗ ਵੀ ਦਿੱਤੀ ਜਾਏਗੀ। ਜਦੋਂ ਅਸੀਂ ਇਹਨਾਂ 5 ਆਬਜੈਕਟਿਵ ਦੇ ਜਿਹੜੇ ਪਿੱਛੇ ਸੀਗੇ ਉਹਨਾਂ ਨੂੰ ਲੈ ਕੇ ਤੁਰਦੇ ਹਾਂ ਤਾਂ ਉਸ ਦੇ ਵਿੱਚ ਮੈਰੀਟੋਰੀਅਸ ਬੱਚਾ ਆਉਣਾ ਸੀ। ਮੈਰੀਟੋਰੀਅਸ ਬੱਚਾ ਉਹ ਸੀ ਜਿਹੜਾ ਬੱਚਾ ਪੜ੍ਹਨ ਨੂੰ ਤਾਂ ਲਾਇਕ ਸੀ ਬਹੁਤ, ਲੇਕਿਨ ਉਹ ਗਰੀਬ ਹੋਣ ਕਰਕੇ ਹਾਇਰ ਐਜੂਕੇਸ਼ਨ, ਪੋਸਟ ਮੈਟ੍ਰਿਕ ਹਾਇਰ ਐਜੂਕੇਸ਼ਨ ਹੈ ਉਹ ਲੈ ਨਹੀਂ ਸੀ ਸਕਦਾ। ਜਦੋਂ ਉਸ ਨੇ ਨੰਬਰ 1 ਜਿਹੜਾ ਆਪਾਂ ਜੇ ਇਸ ਨੂੰ ਟੀਚਰਸ ਨਾਲ ਗੱਲ ਨੂੰ ਲਿੰਕ ਕਰੀਏ, ਇੱਕ ਮੈਰੀਟੋਰੀਅਸ ਬੱਚੇ ਨੂੰ ਪੜ੍ਹਾਉਣਾ ਇੱਕ ਮੈਰੀਟੋਰੀਅਸ ਟੀਚਰ ਦਾ ਹੀ ਕੰਮ ਹੁੰਦਾ, ਕਿਉਂਕਿ ਉਹਦੇ ਮਨ ਦੇ ਵਿੱਚ ਬੜੇ ਹੀ ਖਿਆਲ, ਬੜੇ ਹੀ ਸਵਾਲ ਹੁੰਦੇ ਨੇ, ਜਿਸ ਨੂੰ ਜਿਹੜਾ ਹੈ ਜਵਾਬ ਦੇਣਾ ਇੱਕ ਮੈਰੀਟੋਰੀਅਸ ਸਕੂਲ ਟੀਚਰ ਦਾ ਹੀ ਕੰਮ ਹੁੰਦਾ ਹੈ। ਫਿਰ ਦੂਜਾ, ਉਹ ਕਿਉਂਕਿ ਫ੍ਰੀ ਉੱਥੇ ਰਹਿائش ਦਾ ਪ੍ਰਬੰਧ ਸੀਗਾ, ਔਰ ਰਹਿائش ਦੇ ਵਿੱਚ ਇੱਕ ਰਿਸਪੌਂਸਿਬਿਲਿਟੀ ਹੋਰ ਵੀ ਜ਼ਿਆਦਾ ਸਕੂਲ ਦੀ ਆ ਉਸ ਟੀਚਰ ਦੀ ਵੱਧ ਜਾਂਦੀ ਹੈ। ਜਦੋਂ ਉੱਥੇ ਰਹਿائش ਹੋਵੇ, ਬੱਚਾ ਸਕੂਲ ਚ ਪੜ੍ਹਦਾ, ਆਪਣੇ ਘਰ ਚਲਾ ਜਾਂਦਾ, ਉਹਦੀ ਜ਼ਿੰਮੇਵਾਰੀ ਜਿਹੜੀ ਹੈ ਪੇਰੈਂਟਸ ਤੇ ਚਲੀ ਜਾਂਦੀ ਹੈ। ਉਹਨੇ ਆਪਣੇ ਟੀਚਰ ਦੇ ਨਾਲ ਨਾਲ ਉਸ ਦਾ ਪੇਰੈਂਟ ਵੀ ਬਣਨਾ ਹੁੰਦਾ, ਉੱਥੇ ਰਹਿ ਕੇ ਆਲ ਦਾ ਟਾਈਮ ਉੱਥੇ ਸਟੇ ਕਰਕੇ। ਫਿਰ ਅਗਲੀ ਗੱਲ ਖਾਣੇ ਦੀ ਹੈ। ਖਾਣਾ ਜਿਹੜਾ ਹੈ ਇੱਕ ਬਹੁਤ ਹੀ ਵੱਡੀ ਰਿਸਪੌਂਸਿਬਿਲਿਟੀ ਦਾ ਕੰਮ ਹੈ, ਖਾਸ ਤੌਰ ਤੇ ਜਿਹੜੇ ਟੀਨਏਜਰ ਬੱਚੇ ਨੇ ਉਹਨਾਂ ਨੂੰ ਖਾਣੇ ਦੇ ਵਿੱਚ ਸੰਤੁਸ਼ਟੀ ਦਿਵਾਉਣਾ, ਘਰ ਵਾਲੇ ਵੀ ਨਹੀਂ ਦਵਾ ਸਕਦੇ, ਵੈਲ ਆਫ ਘਰ ਵਾਲੇ ਵੀ ਨਹੀਂ ਦਵਾ ਸਕਦੇ, ਉਹ ਸੰਤੁਸ਼ਟੀ ਦਿਵਾਣੀ। ਤੀਜਾ ਜਿਹੜਾ ਚੌਥਾ ਉਹਦਾ ਲਾਸਟ ਵਾਲਾ ਸੀ, ਉਹ ਮੈਂ ਜ਼ਰੂਰ ਹਾਈਲਾਈਟ ਕਰਨਾ ਚਾਹਾਂਗਾ। ਉੱਥੇ ਕੋਚਿੰਗ ਦੇਣੀ ਸੀ ਤਾਂ ਕਿ ਬੱਚਾ ਇੱਥੋਂ ਜਾਣ ਤੋਂ ਬਾਅਦ ਉਹਨੇ, ਕਿਉਂਕਿ ਬਾਹਰ ਟਿਊਸ਼ਨ ਨਹੀਂ ਪੜ੍ਹਨੀ, ਉਹ ਬੱਚਾ ਬਾਹਰ ਜਾ ਕੇ ਮੈਰੀਟੋਰੀਅਸ ਐਡਮਿਸ਼ਨ ਦੇ ਵਿੱਚ ਜਾਂ ਕਿਸੇ ਹੋਰ ਉਸ ਟੈਸਟ ਦੇ ਵਿੱਚ ਉਹਨੇ ਜਾਣਾ, ਉਹਦੇ ਚੋਂ ਕਾਮਯਾਬ ਹੋਵੇ। ਇਹਦੇ ਵਿੱਚ ਇੱਕ ਮਨਸ਼ਾ ਹੋਰ ਵੀ ਸੀ ਵੀ ਇਹ ਜਿਹੜੇ ਸਕੂਲ ਹੈ 10 ਖੋਲੇ ਗਏ, ਔਰ 10 ਦੇ ਵਿੱਚ 2-3 ਜਿਹੜੇ ਜ਼ਿਲ੍ਹੇ ਸੀ ਉਹ ਇੱਕ ਸਕੂਲ ਨੂੰ ਕੇਡਰ ਕਰਦੇ ਸੀਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਜ਼ਿਲ੍ਹੇ 'ਚ ਹੋਏਗਾ, ਜ਼ਿਲ੍ਹੇ ਵਿੱਚ ਹੀ ਨਹੀਂ ਹੋਏਗਾ, ਹਰੇਕ ਬਲਾਕ ਪੱਧਰ ਤੇ ਇੱਕ ਐਸਾ ਸਕੂਲ ਹੋਏਗਾ ਜਿੱਥੇ ਮੈਰੀਟੋਰੀਅਸ ਬੱਚੇ ਇਸ ਤਰ੍ਹਾਂ ਪੜ੍ਹਨਗੇ। ਸੋ ਮਨਸ਼ਾ ਇਹਦੇ ਪਿੱਛੇ ਬਹੁਤ ਅੱਛੀ ਸੀ, ਲੇਕਿਨ ਇਸ ਨੂੰ ਚਲਾਉਣਾ ਬਹੁਤ ਜ਼ਰੂਰੀ ਵੀ ਹੈ, ਔਰ ਖਾਸ ਤੌਰ ਤੇ ਜਿਹੜੇ ਚੱਲ ਰਹੇ ਨੇ ਉਹਦੇ 'ਚ ਉਹਨਾਂ ਬੱਚਿਆਂ ਦੀ, ਉਹਨਾਂ ਅਧਿਆਪਕਾਂ ਨੂੰ ਜਿਹੜਾ ਹੈ ਲੋੜੀਂਦੀਆਂ ਸਹੂਲਤਾਂ ਦੇਣਾ, ਗ੍ਰੇਡ ਦੇਣਾ,
ਮੇਰੇ ਹਿਸਾਬ ਨਾਲ ਬਹੁਤ ਜ਼ਰੂਰੀ ਹੈ। ਅੱਛਾ ਢੋਲ ਸਾਹਿਬ ਇੱਕ ਗੱਲ ਦੱਸੋ, ਜਿਵੇਂ ਇਹਨਾਂ ਨੇ ਕਿਹਾ, ਬਾਠ ਸਾਹਿਬ ਹੋਰਾਂ ਨੇ ਕਿਹਾ ਕਿ 10 ਜਿਹੜੇ ਸਕੂਲ ਨੇ ਉਹ ਉਹਨਾਂ ਦੀ ਗਿਣਤੀ ਹੋ ਗਈ ਸੀ, ਤੁਹਾਨੂੰ ਨਹੀਂ ਲੱਗਦਾ ਕਿ ਪਿਛਲੇ 4.5 ਸਾਲਾਂ ਦੇ ਵਿੱਚ ਇਹ 10 ਦੀ ਗਿਣਤੀ ਵੱਧ ਕੇ 20 ਹੋਣੀ ਚਾਹੀਦੀ ਸੀ? ਆਪਾਂ ਵਧਾਣਾ ਤਾਂ ਕੀ ਸੀਗਾ, ਅਸੀਂ ਉਹੀ ਸਹੂਲਤਾਂ ਪੂਰੀਆਂ ਨਹੀਂ ਕਰ ਪਾਏ। ਹਾਂ, ਉਹ 20 ਦਾ ਮੈਂ ਤਾਂ 23 ਕਹਾਂਗਾ ਜੀ, ਕਿਉਂਕਿ ਉਹਦਾ ਕਨਸੈਪਟ ਹੀ ਇਹ ਸੀ ਕਿ ਵੀ ਹਰ ਜ਼ਿਲ੍ਹੇ 'ਚ ਹੋਣਾ ਚਾਹੀਦਾ ਸੀ ਤਾਂ ਕਿ ਬੱਚਾ ਘਰ ਤੋਂ ਬਹੁਤ ਦੂਰ ਨਾ ਜਾਵੇ। ਹੁਣ ਜਿਹੜੀ ਮੈਰਿਟ ਬਣਦੀ ਹੈ, ਪਹਿਲਾਂ ਮੈਰਿਟ ਪਿਓਰ ਔਨ ਦਾ ਬੇਸਿਸ ਆਫ ਮੈਟ੍ਰਿਕ ਦੇ ਮਾਰਕਸ ਸੀਗੇ, ਬਾਅਦ ਦੇ ਵਿੱਚ ਉਸ ਦੀ ਜਿਹੜੀ ਹੈ ਟੈਸਟ ਲਿਆ ਗਿਆ ਔਰ 80 ਨੂੰ ਘਟਾ ਕੇ 70 ਕਰਨਾ ਪਿਆ ਤਾਂ ਕਿ 70 ਵਾਲਾ ਬੱਚਾ ਐਲੀਜੀਬਲ ਹੋ ਜਾਏ ਔਰ 70 ਜਾਂ 75 ਵਾਲਾ ਜੀ। ਫਿਰ ਇਹਦਾ ਰੀਜ਼ਨ ਕੀ ਹੈ ਕਿ ਬੱਚੇ ਜਦੋਂ ਘਰ ਤੋਂ ਦੂਰ ਹੁੰਦੇ ਨੇ, ਹੋਮ ਸਿਕਨੈਸ ਇੱਕ ਬਹੁਤ ਵੱਡਾ ਫੈਕਟਰ ਹੈ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਜਾਂ ਰਹਿਸ਼ੀ ਸਕੂਲਾਂ ਦੇ ਵਿੱਚ। ਜਦੋਂ ਬੱਚਾ ਆਪਣੇ ਘਰ ਦੇ ਮਾਹੌਲ ਚੋਂ ਭਾਵੇਂ ਚੰਗਾ ਹੋਵੇ ਘਰ ਦਾ ਮਾਹੌਲ ਜਾਂ ਮਾੜਾ ਹੋਵੇ, ਜਦੋਂ ਇੱਕ ਬਾਹਰ ਆਉਂਦਾ ਹੈ ਤੇ ਜੋ ਨੇੜੇ ਨੇੜੇ ਹੋਣਗੇ ਤਾਂ ਐਟ ਲੀਸਟ ਪੇਰੈਂਟਸ ਦੀ ਤੇ ਬੱਚਿਆਂ ਦੀ ਫ੍ਰੀਕੁਐਂਸੀ ਜਾਣ ਆਉਣ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ, ਜਿਹਦੇ ਨਾਲ ਬੱਚੇ ਇਹ ਫੀਲ ਕਰਨਗੇ ਮੈਂ ਆਪਣੇ ਘਰ ਦੇ ਨੇੜੇ ਹੀ ਹਾਂ। ਸੋ ਬਹੁਤ ਜ਼ਰੂਰੀ ਸੀ ਮੇਰੇ ਹਿਸਾਬ ਨਾਲ 23 ਦੇ 23 ਤਾਂ ਅੱਜ ਤੱਕ ਹੋ ਜਾਣੇ ਚਾਹੀਦੇ ਸੀ। ਬਿਲਕੁਲ ਠੀਕ ਹੈ। ਇੱਕ ਹੋਰ ਅਹਿਮ ਮੁੱਦਾ ਜਿਹੜਾ ਕੱਚੇ ਅਧਿਆਪਕਾਂ ਦਾ, ਸ਼ੈਲੰਦਰ ਕੰਬੋਜ ਸਾਡੇ ਨਾਲ ਜੁੜੇ ਹੋਏ ਨੇ। ਕੰਬੋਜ ਸਾਹਿਬ, ਮੈਂ ਖੁਦ ਵੀ ਕਵਰ ਕਰਦਾ ਰਿਹਾ, ਲਗਾਤਾਰ ਸਰਕਾਰ ਤੁਹਾਨੂੰ ਕਹਿੰਦੀ ਰਹੀ ਹੈ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ, ਮੀਟਿੰਗਸ ਵੀ ਹੁੰਦੀਆਂ ਰਹੀਆਂ, ਪਰ ਇਹ ਗੱਲ ਸਿਰੇ ਕਿਉਂ ਨਹੀਂ ਚੜ ਪਾ ਰਹੀ? ਇਹ ਬੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਕਿ ਤੁਸੀਂ ਐਲੀਜੀਬਲ ਨਹੀਂ ਹੋ, ਤੁਸੀਂ ਉਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਿਸ ਕਰਕੇ ਤੁਹਾਨੂੰ ਨੌਕਰੀ ਨਹੀਂ ਦਿੱਤੀ ਜਾ ਰਹੀ ਹੈ, ਤੁਹਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ। ਈਟੀਟੀ ਜਾਂ ਟੈਟ ਪਾਸ ਹੋਣਾ ਹੀ ਸਭ ਕੁਝ ਨਹੀਂ ਹੈ, ਬੜੀਆਂ ਸਾਰੀਆਂ ਚੀਜ਼ਾਂ ਉਹ ਕਹਿ ਰਹੇ ਸੀਗੇ ਕਿ ਤੁਹਾਡੇ ਕੋਲ ਹੈ ਹੀ ਨਹੀਂ ਉਹ ਚੀਜ਼ਾਂ। ਹਾਂਜੀ ਸਰ, ਪਹਿਲਾਂ ਤਾਂ ਜੋ ਆਪਣਾ ਮੈਰੀਟੋਰੀਅਸ ਵਾਲਾ ਚੱਲ ਰਿਹਾ ਸੀਗਾ ਉਹਦੇ ਅਸੀਂ ਬਿਲਕੁਲ ਪੱਖ ਵਿੱਚ ਹੈਗੇ ਆ ਕਿ ਇਹ ਜਿਹੜੇ ਸਕੂਲ ਹੈਗੇ ਆ ਬਾਠ ਸਰ ਹੋਰਾਂ ਦੀ ਅਸੀਂ ਹਮਾਇਤ ਕਰਦੇ ਹਾਂ ਔਰ ਇਹ ਜਿਹੜੀ ਹੈ ਸਕੂਲ ਬਚਾਉਣੇ ਚਾਹੀਦੀ। ਇਹਨਾਂ ਦੀ ਗਿਣਤੀ ਜਿਹੜੀ ਹੈਗੀ ਉਹ 23 ਤੋਂ ਵੀ ਪਲੱਸ ਹੋ ਜਾਂਦੀ ਤਾਂ ਬਹੁਤ ਵਧੀਆ ਸੀਗਾ। ਔਰ ਦੂਸਰੀ ਗੱਲ ਜਿਹੜੀ ਹੈਗੀ ਸਰ ਤੁਸੀਂ ਕਰ ਰਹੇ ਹੋ ਕਿ ਕੱਚੇ ਮੁਲਾਜ਼ਮਾਂ ਦੀ ਗੱਲ ਕਰ ਲਈਏ ਔਰ ਇੱਕ ਪਾਸੇ ਈਟੀਟੀ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਗੱਲ ਕਰ ਲਈਏ ਤਾਂ ਸਰਕਾਰ ਨੇ ਦੋਨਾਂ ਹੀ ਧਿਰਾਂ ਨੂੰ ਆਪਸ ਦੇ ਵਿੱਚ ਸਰ ਉਲਝਾਇਆ ਹੋਇਆ ਹੈ। ਆਪਾਂ ਗੱਲ ਕਰ ਲਈ ਸਰ, ਇੱਕ ਨਾ ਪੰਜਾਬ ਸਰਕਾਰ ਨੇ ਅੱਜ ਤੋਂ 1 ਸਾਲ ਪਹਿਲਾਂ 2364 ਐਡਵਰਟਾਈਜ਼ਮੈਂਟ ਕਰੀ ਸੀ। ਬਿਲਕੁਲ ਠੀਕ ਹੈ, ਉਹ ਵਾਪਸ ਲੈ ਲਈ। ਉਹਦੇ ਵਿੱਚ ਇਹਨਾਂ ਨੇ ਕੀ ਕਰਿਆ ਕਿ ਹਾਂਜੀ ਜੀ ਬੋਲੋ ਕੰਬੋਜ ਸਾਹਿਬ, ਆ ਰਹੀ ਤੁਹਾਡੀ ਆਵਾਜ਼। ਹਾਂਜੀ ਤਾਂ ਉਹਦੇ ਵਿੱਚ ਸਰ ਇਹਨਾਂ ਨੇ ਕੱਚੇ ਮੁਲਾਜ਼ਮਾਂ ਨੂੰ 10 ਨੰਬਰ ਦਿੱਤੇ। ਦੂਸਰੀ ਸਾਈਡ ਜਿਹੜੇ ਟੈਟ ਪਾਸ ਜਿਨ੍ਹਾਂ ਕੋਲ 10 ਸਾਲ ਦਾ ਐਕਸਪੀਰੀਅੰਸ ਸੀ ਉਹਨਾਂ ਨੂੰ 10 ਨੰਬਰ ਮਿਲ ਗਏ ਔਰ ਦੂਸਰੀ ਸਾਈਡ ਜਿਹੜੇ ਬੱਚੇ ਟੈਟ ਪਾਸ ਸੀਗੇ ਉਹ 4.5 ਸਾਲਾਂ ਤੋਂ ਉਹੀ ਟੈਟ ਪਾਸ ਸੀਗੇ ਤਾਂ ਉਹਨਾਂ ਨੂੰ 10 ਨੰਬਰ ਇਹਨਾਂ ਨੇ ਪਿੱਛੇ ਸੁੱਟਤਾ। ਤਾਂ ਉਹ ਭਰਤੀ ਸਰ ਅੱਜ ਵੀ 1 ਸਾਲ ਤੋਂ ਕੋਰਟ ਦੇ ਵਿੱਚ ਲਟਕੀ ਹੋਈ ਹੈ ਕਿਉਂਕਿ ਬੱਚੇ ਜਿਹੜੇ ਈਟੀਟੀ ਵਾਲੇ ਹੈਗੇ ਆ ਉਹਨਾਂ ਦਾ ਪੱਖ ਇਹ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ 10 ਨੰਬਰ ਨਾ ਦੇ ਕੇ ਉਹਨਾਂ ਨੂੰ ਸਰਕਾਰ ਨੇ ਜਿਵੇਂ ਵਾਅਦਾ ਕਰਿਆ ਸੀ ਉਸ ਹਿਸਾਬ ਨਾਲ ਉਹਨਾਂ ਨੂੰ ਪੱਕਾ ਕਰੇ, ਨਾ ਕਿ ਸਾਡੀਆਂ ਪੋਸਟਾਂ ਦੇ ਵਿੱਚ ਪ੍ਰੀ ਪ੍ਰਾਇਮਰੀ ਜਿਹੜੀਆਂ ਉਹਨਾਂ ਦੀ ਪੋਸਟਾਂ ਹੈਗੀਆਂ ਜੀ ਉਹਦੇ ਵਿੱਚ ਉਹਨਾਂ ਨੂੰ ਪੱਕਿਆਂ ਕਰਿਆ ਜਾਏ। ਕਿਉਂਕਿ ਇਦਾਂ ਦੇ ਕਾਫੀ ਸਾਰੇ ਕੱਚੇ ਮੁਲਾਜ਼ਮ ਅਧਿਆਪਕ ਹੈਗੇ ਆ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਉਹ ਟੈਟ ਪਾਸ ਹੀ ਨਹੀਂ ਕਰ ਪਾਏ ਤਾਂ ਸਰਕਾਰ ਨੇ ਉਹਨਾਂ ਨਾਲ ਵਾਅਦਾ ਕਰਿਆ ਸੀ ਕਿ ਅਸੀਂ ਤੁਹਾਨੂੰ ਪੱਕੇ ਕਰਾਂਗੇ। ਤਾਂ ਸਰਕਾਰ ਦਾ ਫਰਜ਼ ਬਣਦਾ ਹੈਗਾ ਕਿ ਉਹਨਾਂ ਕੱਚੇ ਅਧਿਆਪਕਾਂ ਨੂੰ ਜਿਹੜਾ ਹੈਗਾ ਇੱਕ ਜਿਹੜਾ ਉਹਨਾਂ ਦਾ ਮੈਥਡ ਆ ਉਸ ਤਰੀਕੇ ਦੇ ਨਾਲ ਪੱਕਾ ਕਰਨ, ਨਾ ਕਿ ਬੇਰੁਜ਼ਗਾਰਾਂ ਨੂੰ ਆਪਸ ਦੇ ਵਿੱਚ ਉਲਝਾ ਕੇ। ਤਾਂ ਇੱਥੇ ਸਰ ਮੈਂ ਤੁਹਾਨੂੰ ਬੜੀ ਇੱਕ ਹੈਰਾਨੀ ਵਾਲੀ ਗੱਲ ਦੱਸੂਗਾ ਕਿ ਜਿਹੜੇ ਬੇਰੁਜ਼ਗਾਰ ਅਧਿਆਪਕ ਹੈ ਇਹ ਜਾ ਰਹੇ ਸਰ ਵਕੀਲਾਂ ਦੇ ਕੋਲ ਤੇ ਇੱਕ ਵਕੀਲ ਕੋਈ 13 ਲੱਖ ਦੀ ਡਿਮਾਂਡ ਕਰ ਰਿਹਾ, ਕੋਈ 5 ਲੱਖ ਦੀ ਕਰ ਰਿਹਾ ਹੈਗਾ, ਕੋਈ 3 ਲੱਖ ਦੀ। ਮਤਲਬ ਕਿ ਆਪਣੀਆਂ ਪੋਸਟਾਂ ਨੂੰ ਬਚਾਉਣ ਦੇ ਵਾਸਤੇ ਇੱਕ ਧੜੇ ਨੂੰ 20 ਤੋਂ 25 ਲੱਖ ਰੁਪਈਆ ਜਿਹੜਾ ਹੈਗਾ ਉਹ ਲਗਾਉਣਾ ਪੈ ਰਿਹਾ ਕਿ ਸਾਡੀ ਭਰਤੀ ਜਿਹੜੀ ਹੈਗੀ ਆ ਉਹ ਕੋਰਟ ਦੇ ਵਿੱਚ ਨਾ ਰੁਲੇ। ਤਾਂ ਐਵੇਂ ਜਿਹੜਾ ਹੈਗਾ ਜਿਹੜੇ ਸਿੱਖਿਆ ਸਕੱਤਰ ਹੈਗੇ ਅੱਜ ਦੇ ਇਹਨਾਂ ਵੱਲੋਂ ਗਲਤ ਪਾਲਿਸੀਆਂ ਲੈ ਕੇ ਆਂਦੀਆਂ ਜਾ ਰਹੀਆਂ ਹੈਗੀਆਂ। ਈਟੀਟੀ ਦੀਆਂ ਪੋਸਟਾਂ ਦੇ ਵਿੱਚ ਬੀਐਡ ਨੂੰ ਕੰਸੀਡਰ ਕਰਿਆ ਜਾ ਰਿਹਾ ਹੈਗਾ ਤਾਂ ਬੀਐਡ ਨੂੰ 2364 ਦੇ ਵਿੱਚ ਸਿਰਫ ਇਕੁਅਲ ਪ੍ਰੈਫਰੈਂਸ ਦਿੱਤੀ ਹੈਗੀ ਹੈ। ਤਾਂ ਜਿਹੜੇ ਇਹ ਐਨਸੀਟੀ ਦੇ ਰੂਲ ਜਿਹੜੇ ਹੈਗੇ ਆ ਇਹਨਾਂ ਨੇ ਪੰਜਾਬ ਦੇ ਵਿੱਚ ਕ੍ਰਿਸ਼ਨ ਕੁਮਾਰ ਨੇ ਜਿਹੜੇ ਅਪਲਾਈ ਕਰੇ ਹੈਗੇ ਆ ਸਰ, ਤਾਂ ਉਹ ਐਨਸੀਟੀ ਦੇ ਜਿਹੜੇ ਰੂਲ ਹੈਗੇ ਆ ਉਹ ਇੱਕ ਏਜੰਡੇ ਦੇ ਤਹਿਤ ਜਿਹੜਾ ਹੈਗਾ ਉਹ ਸਿਰਫ ਬਣਾਏ ਹੀ ਨਹੀਂ ਗਏ ਹੈਗੇ, ਉਹਦੇ ਵਾਸਤੇ ਕਮੇਟੀਆਂ ਬਿਠਾਣੀਆਂ ਪੈਣੀਆਂ ਸੀ, ਨਾ ਉਹ ਕਮੇਟੀਆਂ ਬਿਠਾਈਆਂ ਗਈਆਂ। ਇੱਕ ਕੇਂਦਰੀ ਵਿਦਿਆਲੇ ਨੇ ਲੈਟਰ ਲਿਖੀ ਔਰ ਉਸ ਲੈਟਰ ਦੇ ਬਿਹਾਫ ਤੇ ਜਿਹੜਾ ਐਨਸੀਟੀ ਨੇ ਜਿਹੜਾ ਹੈਗਾ ਡਾਇਰੈਕਟ ਜਿਹੜਾ ਹੈਗਾ ਰੂਲ ਬਣਾਤੇ ਕਿ ਈਟੀਟੀ ਦੀ ਪੋਸਟ ਤੇ ਜਿਹੜਾ ਉਹ ਬੀਐਡ ਲੱਗ ਸਕਦਾ ਹੈ। ਇਹ ਅੱਜ ਸਾਰੇ ਹੀ ਰਾਜਾਂ ਦੇ ਵਿੱਚ ਰਾਜਸਥਾਨ, ਹਿਮਾਚਲ ਸਾਰੀਆਂ ਰਾਜਾਂ ਦੇ ਵਿੱਚ ਜਿਹੜਾ ਹੈ ਇਹ
ਰੂਲ ਜਿਹੜੇ ਐਨਸੀਟੀ ਦੇ ਜਿਹੜੇ ਹੈਗੇ ਆ, ਸ਼ੈਲੇਂਦਰ ਇਹ ਇੱਕ ਗੱਲ challenge ਹੈਗੇ ਆ। ਸ਼ੈਲੇਂਦਰ ਜੀ ਔਰ ਇੱਕ ਗੱਲ ਇਸ ਤੁਹਾਡੇ ਤਰੀਕੇ ਤੋਂ ਨਾਲ- ਜ਼ਰੂਰ ਜਾਣਨਾ ਚਾਹੁੰਦੇ ਆ ਕਿ ਸਰਕਾਰ ਕਹਿੰਦੀ ਹੈ ਕਿ ਟੈਟ ਪਾਸ ਹੋਣਾ ਬੜਾ ਜ਼ਰੂਰੀ ਹੈ, ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਦੇ ਟੈਟ ਪਾਸ ਨਹੀਂ ਹੋਏ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਸ਼ਰਤਾਂ ਤਾਂ ਤੁਹਾਨੂੰ ਪੂਰੀਆਂ ਕਰਨੀਆਂ ਪੈਣੀਆਂ ਨਾ ਨੌਕਰੀ ਦੇ ਲਈ, ਸ਼ਰਤਾਂ ਤੋਂ ਤੁਸੀਂ ਕਿਉਂ ਭੱਜ ਰਹੇ ਹੋ? ਨਹੀਂ ਸਰ, ਅਸੀਂ ਸ਼ਰਤਾਂ ਤੋਂ ਨਹੀਂ ਭੱਜ ਰਹੇ ਹੈਗੇ, ਅਸੀਂ ਤਾਂ ਉਹੀ ਕਹਿ ਰਹੇ ਹੈਗੇ ਨਾ ਸਰ, ਜਿਸ ਤਰੀਕੇ ਦੇ ਨਾਲ ਅਸੀਂ ਸਰ ਟੈਟ ਪਾਸ ਹੈਗੇ ਆ, ਜਿਹੜੇ ਸਰ ਟੈਟ ਪਾਸ ਹੈਗੇ ਆ ਉਹਨਾਂ ਦੀ ਅਸੀਂ ਡਿਮਾਂਡ ਵੀ ਇਹੀ ਹੈਗੀ ਆ ਕਿ ਉਹਨਾਂ ਦੀਆਂ ਪ੍ਰਾਇਮਰੀ ਦੀਆਂ ਪੋਸਟਾਂ ਹੈਗੀਆਂ, ਅਸੀਂ 3 ਵਾਰ ਟੈਸਟ ਪਾਸ ਕਰ ਚੁੱਕੇ ਆ, ਸਾਡਾ ਟੈਟ ਪਾਸ ਹੈਗਾ। ਠੀਕ ਹੈ। ਜਿਹੜੇ ਵਿਦਆਊਟ ਟੈਟ ਵਾਲੇ ਹੈਗੇ ਆ ਸਰ, ਉਹਨਾਂ ਦੇ ਵਾਸਤੇ 8393 ਜਿਹੜੀਆਂ ਹੈਗੀਆਂ ਸਰ, ਉਹ ਪ੍ਰੀ ਪ੍ਰਾਇਮਰੀ ਦੀਆਂ ਪੋਸਟਾਂ ਹੈਗੀਆਂ, ਉਹ ਉਧਰ ਉਹਨਾਂ ਨੂੰ ਐਡਜਸਟ ਕਰਿਆ ਜਾਏ। ਲੇਕਿਨ ਇੱਥੇ ਇੱਕ ਸਿੱਖਿਆ ਪ੍ਰੋਵਾਈਡਰ ਜਿਹੜਾ ਸਰ ਇੱਕ ਆਪਣੇ ਮਹਿਕਮਾ ਹੈਗਾ ਜੀ, ਤਾਂ ਸਿੱਖਿਆ ਪ੍ਰੋਵਾਈਡਰ ਜਿਹੜੇ ਹੈਗੇ ਸਰ, ਉਹਨਾਂ ਨੂੰ ਸਰਕਾਰ ਜਿਹੜਾ ਉਹਨਾਂ ਦਾ ਟੈਟ ਪਾਸ ਨਹੀਂ ਹੈਗਾ, ਤਾਂ ਉਹਨਾਂ ਨੂੰ ਵੀ ਈਟੀਟੀ ਦੀਆਂ ਪੋਸਟਾਂ ਦੇ ਵਿੱਚ ਵਿਚਾਰਨ ਦੇ ਵਾਸਤੇ ਉਹਨਾਂ ਨੂੰ 10 ਨੰਬਰ ਐਕਸਟਰਾ ਦੇ ਕੇ ਆਪਸ ਦੇ ਵਿੱਚ ਸਾਰੇ ਜਿਹੜੀ ਇਹ ਅਧਿਆਪਕ, ਚਾਹੇ ਉਹ ਈਜੀਐਸ ਹੈ, ਚਾਹੇ ਸਿੱਖਿਆ ਪ੍ਰੋਵਾਈਡਰ ਹੈ, ਚਾਹੇ ਨਵੇਂ ਟੈਟ ਪਾਸ ਹੈਗੇ, ਸਾਰਿਆਂ ਨੂੰ ਆਪਸ ਦੇ ਵਿੱਚ ਸਰਕਾਰ ਉਲਝਾ ਕੇ ਲੜਾ ਕੇ ਔਰ ਸਾਰੀਆਂ ਭਰਤੀਆਂ ਜਿਹੜੀਆਂ ਉਹ ਕੋਰਟ ਦੇ ਵਿੱਚ ਸੁੱਟ ਰਹੀ ਹੈ ਕਿ ਤਾਂ ਜੋ ਕੋਈ ਵੀ ਭਰਤੀ ਜਿਹੜੀ ਹੈਗੀ ਆ ਉਹ ਸਿਰੇ ਨਾ ਚੜੇ ਔਰ ਸਾਰੀਆਂ ਕੋਰਟ ਦੇ ਵਿੱਚ ਲਟਕ ਕੇ ਜਿਹੜਾ ਉਹ ਰਹਿ ਜਾਣ, ਔਰ ਸਾਡਾ ਜਿਹੜਾ ਇਹ ਚੋਣਾਂ ਵਾਲਾ ਜਿਹੜਾ ਸਮਾਂ ਹੈਗਾ ਇਹ ਨਿਕਲੇ। ਔਰ ਅਸੀਂ ਇਹ ਕਹਿਣ ਜੋਗੇ ਹੋਈਏ ਵੀ ਅਭੀ ਹੁਣ ਚੋਣ ਜਾਬਤਾ ਲੱਗ ਗਿਆ ਵੀ ਚੋਣ ਜਾਬਤੇ 'ਚ ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ, ਤੁਹਾਡੀ ਲਗਾਤਾਰ ਇਹ ਕੰਪਲੇਂਟ ਰਹੀ ਹੈ। ਢੋਲ ਸਾਹਿਬ ਕੋਲ ਚੱਲਦੇ ਹਾਂ। ਢੋਲ ਸਾਹਿਬ, ਅਸੀਂ ਲਗਾਤਾਰ ਐਜੂਕੇਸ਼ਨ ਅਧਿਆਪਕਾਂ ਦਾ ਦੇਖ ਰਹੇ ਹਾਂ। ਮੈਂ XYZ ਕਿਸੇ ਸਰਕਾਰ ਦੀ ਗੱਲ ਨਹੀਂ ਕਰਦਾ, ਪਰ ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਹਾਲਾਤਾਂ ਦੇ ਵਿੱਚ ਜੋ ਅਧਿਆਪਕਾਂ ਦਾ ਹਾਲ ਹੋ ਰਿਹਾ ਸੀ, ਕਦੇ ਉਹਨਾਂ ਨੂੰ ਟੈਂਕੀਆਂ ਤੇ ਚੜੇ ਦੇਖਦੇ ਹਾਂ, ਕਦੇ ਉਹਨਾਂ ਨੂੰ ਟਾਵਰਾਂ ਤੇ ਚੜੇ ਦੇਖਦੇ ਹਾਂ, ਕਈ ਦਿਨ ਉਹ ਟਾਵਰਾਂ ਤੇ ਚੜੇ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ। ਸਰਕਾਰ ਲਗਾਤਾਰ ਕਹਿੰਦੀ ਹੈ ਕਿ ਉਹਨਾਂ ਦੀਆਂ ਮੰਗਾਂ ਜਾਇਜ਼ ਨਹੀਂ ਨੇ, ਉਹ ਨਜਾਇਜ਼ ਮੰਗਾਂ ਨੇ। ਅਧਿਆਪਕ ਕਹਿੰਦੇ ਨੇ ਕਿ ਸਾਡੀਆਂ ਉਹੀ ਮੰਗਾਂ ਨੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਪਾਰਟੀ ਨੇ ਵਾਅਦਾ ਕੀਤਾ ਸੀਗਾ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ, ਅਸੀਂ ਸਾਰੀਆਂ ਮੰਨਾਂਗੇ। ਤੁਹਾਨੂੰ ਲੱਗਦਾ ਕਿ ਕੰਸੀਡਰ ਕੀਤਾ ਜਾਣਾ ਚਾਹੀਦਾ? 4.5 ਸਾਲ ਹੋ ਗਏ ਨੇ, ਇਹਨਾਂ ਨੂੰ ਕੰਸੀਡਰ ਕਰਨਾ ਬੜਾ ਜ਼ਰੂਰੀ ਹੈ। ਹਰਪ੍ਰੀਤ ਜੀ, ਵੈਸੇ ਹਰ ਸਰਕਾਰ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਇਹ ਚਾਹੁੰਦੀ ਹੈ ਕਿ ਸਾਡੀ ਪਪੂਲੈਰਿਟੀ ਹੋਵੇ। ਹਰੇਕ ਸਰਕਾਰ ਦੇ ਨਾਲ ਬਿਊਰੋਕਰੈਟਸ ਵੀ ਲੱਗੇ ਹੁੰਦੇ ਆ ਉਹਨਾਂ ਨੂੰ ਗਾਈਡ ਕਰਨ ਵਾਸਤੇ। ਅੱਜ ਜਿਹੜਾ ਇਹ ਤਾਣਾ ਉਲਝਿਆ ਹੈ ਉਹ ਇਹਨਾਂ ਨੇ ਨਾਂ ਲੈ ਲਿਆ, ਸ਼ਾਇਦ ਮੇਰੇ ਲਈ ਨਾਂ ਲੈਣਾ ਔਖਾ ਸੀਗਾ, ਤੇ ਉਹਨਾਂ ਦਾ ਇੱਕ ਤਾਣਾ ਜਿਹੜਾ ਹੈ ਉਲਝਾਇਆ ਹੋਇਆ ਹੈ। ਔਰ ਮੈਂ ਕਹਿੰਦਾ ਵੀ ਅਗਰ ਕਿਸੇ ਤੋਂ ਇਹ ਗਲਤੀ ਹੋ ਗਈ ਹੈ, ਜੇ ਇੰਨੀਆਂ ਕੈਟਾਗਰੀਜ਼ ਬਣਾਤੀਆਂ ਬਿਨਾਂ ਉਦੋਂ ਕੋਈ ਮੈਰਿਟ ਚੈੱਕ ਕੀਤਿਆਂ, ਹੋਰ ਕੀਤਿਆਂ, ਔਰ ਇਹ ਕਹਿ ਕੇ ਕਿ ਇੱਕ ਬੰਦੇ ਦੀ ਥਾਂ 3 ਬੰਦੇ ਭਰਤੀ ਕੀਤੇ ਜਾ ਸਕਦੇ ਆ, ਜੇ ਅੱਜ ਗਲਤੀ ਹੋ ਗਈ ਹੈ, ਕਿਉਂ ਆਪਾਂ ਕਿਸੇ ਪੋਲੀਟੀਕਲ ਪਾਰਟੀ ਨੂੰ ਬਦਨਾਮ ਕਰਾਉਨੇ ਆ? ਹੁਣ ਤਾਂ ਸਹੀ ਗਾਈਡ ਕਰ ਦੋ। ਉਸ ਆਫਿਸਰ ਨੂੰ ਵੀ ਚਾਹੀਦਾ ਹੈ ਕਿ ਉਹ ਸਹੀ ਗਾਈਡ ਕਰੇ, ਤਾਂ ਕਿ ਵੀ ਹੁਣ ਜਿਹੜੀ ਇਹ ਸਾਡੇ ਕੋਲੋਂ ਗਲਤੀ ਹੋ ਗਈ ਹੈ, ਜਿਹੜਾ ਇਹਨਾਂ ਟੀਚਰਸ ਦਾ ਕੋਈ ਕਸੂਰ ਨਹੀਂ ਹੈ, ਘੱਟ ਤੋਂ ਘੱਟ ਇਹਨਾਂ ਨੂੰ ਵਨ ਟਾਈਮ ਮੇਅਰ ਕੋਈ ਲੈ ਕੇ, ਜਿਹੜਾ ਕਿ ਪ੍ਰੈਜ਼ੀਡੈਂਟ ਨਾ ਬਣੇ, ਉਹਨਾਂ ਨੂੰ ਸਟ੍ਰੀਮਲਾਈਨ ਦੇ ਵਿੱਚ ਲਿਆਂਦਾ ਜਾਵੇ। ਔਰ ਲਿਆਉਣ ਲਈ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ, ਮੈਂ ਵੀ ਉਹਦਾ ਇੱਕ ਪਾਰਟ ਰਿਹਾ, ਔਰ ਗੱਲਾਂ ਬੜੀਆਂ ਨੇੜੇ ਵੀ ਲੱਗਦੀਆਂ ਰਹੀਆਂ। ਨੇੜੇ ਲੱਗ ਕੇ ਫਿਰ ਜੇ ਅਸੀਂ ਇਹ ਆਪਣੇ ਨੰਬਰ ਬਣਾਉਣ ਦੀ ਖਾਤਰ ਸਰਕਾਰਾਂ ਕੋਲ ਆਪਣੀ ਪੋਸਟਾਂ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਬਿਊਰੋਕਰੇਟ ਅਗਰ ਇਸੇ ਗੱਲ ਤੇ ਆ ਜਾਵੇ ਕਿ ਮੈਂ ਜੋ ਕਰ ਲਿਆ ਭਾਵੇਂ ਗਲਤ ਸੀ ਠੀਕ, ਉਸ ਨੂੰ ਜਸਟੀਫਾਈ ਕਰੀ ਜਾਵੇ, ਔਰ ਲੱਖਾਂ ਜਿਹੜੇ ਹਜ਼ਾਰਾਂ ਜਿਹੜੇ ਅਧਿਆਪਕ ਨੇ ਉਹ ਜਿੱਥੇ ਮਰਜ਼ੀ ਜਾਣ। ਸੋ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਮੇਰੀ ਬੇਨਤੀ ਹੈ ਕਿ ਇਹਨਾਂ ਨੂੰ ਸਟ੍ਰੀਮ ਲਾਈਨ ਚਲਾ ਕੇ, ਔਰ ਸਰਕਾਰ ਵੀ ਆਪਣੀ ਬਦਨਾਮੀ ਨਾ ਕਰਵਾਵੇ, ਕਿਸੇ ਇੱਕ ਆਫਿਸਰ ਦੇ ਨਹੀਂ, ਕੋਈ ਕਮੇਟੀ ਬਣਾ ਦੇਵੇ, ਆਫਿਸਰਸ ਦੀ ਕਮੇਟੀ ਬਣਾ ਦੇਵੇ, ਉਹ ਇਸ ਦੀ ਛਾਣਬੀਣ ਕਰਕੇ ਇਸ ਨੂੰ ਨੇੜੇ ਲਗਾ ਕੇ ਇਹਨਾਂ ਦਾ देयर आर सो मेनी वेज, अगर हो गया देयर आर सो मेनी वेज, ਪਹਿਲਾਂ ਵੀ ਹੁੰਦਾ ਰਿਹਾ ਹੈ। ਹਾਂਜੀ ਬਿਲਕੁਲ ਠੀਕ ਹੈ। ਇੱਕ ਗੱਲ ਢੋਲ ਸਾਹਿਬ ਮੈਂ ਹੋਰ ਸਮਝਣਾ ਚਾਹੁੰਦਾ ਤੁਹਾਡੇ ਤੋਂ, ਇੱਕ ਗੱਲ ਹੋਰ। ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਅਧਿਆਪਕ ਵਰਗ ਨੇ ਜਿਹੜੇ ਉਹ ਇਸੇ ਤਰ੍ਹਾਂ ਹੀ ਸੜਕਾਂ ਤੇ ਰੁਲ ਰਹੇ ਨੇ, ਧਰਨੇ ਪ੍ਰਦਰਸ਼ਨ ਕਰ ਰਹੇ ਨੇ। ਬੜੇ ਸਾਰੇ ਲੋਕ ਇੱਕ ਸਵਾਲ ਵੀ ਚੁੱਕਦੇ ਨੇ ਕਿ ਜਿਹੜੇ ਇਹ ਸਰਕਾਰੀ ਅਧਿਆਪਕ, ਜਿਹੜਾ ਸਰਕਾਰੀ ਅਧਿਆਪਕ ਲੱਗਣਾ ਚਾਹੁੰਦਾ ਹੈ, ਉਹਦੀ ਕੀ ਕਾਰਜਕੁਸ਼ਲਤਾ ਉੱਦਾਂ ਦੀ ਹੈਗੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਉਸ ਨੂੰ ਲਗਾਇਆ ਜਾ ਸਕੇ? ਸਰਕਾਰੀ ਸਕੂਲਾਂ ਦਾ ਮਿਆਰ ਕਿਉਂ ਨਹੀਂ ਉੱਚਾ ਹੋ ਰਿਹਾ? ਕਿਉਂਕਿ ਅਧਿਆਪਕ ਚੰਗੇ ਨਹੀਂ ਨੇ, ਅਧਿਆਪਕਾਂ ਦੀ ਉਹ ਕੁਆਲੀਫਿਕੇਸ਼ਨ ਨਹੀਂ ਬਣਦੀ। ਪ੍ਰਾਈਵੇਟ ਸਕੂਲਾਂ ਵੱਲ ਲੋਕ ਇਸ ਕਰਕੇ ਜਾਂਦੇ ਨੇ ਕਿਉਂਕਿ ਉੱਥੇ ਵਧੀਆ ਇਨਫਰਾਸਟ੍ਰਕਚਰ ਹੈ, ਸਾਰਾ ਵਧੀਆ ਪੜ੍ਹਾਈ ਹੁੰਦੀ ਆ, ਵਧੀਆ ਅਧਿਆਪਕ ਨੇ। ਜਦੋਂ ਇਹਨਾਂ ਦਾ ਸਮਤੋਲ ਕੀਤਾ ਜਾਂਦਾ, ਜਦੋਂ ਕੰਪੈਰੀਜ਼ਨ ਕੀਤਾ ਜਾਂਦਾ, ਤਾਂ ਉਸ ਕੰਪੈਰੀਜ਼ਨ ਦੇ ਵਿੱਚ ਪ੍ਰਾਈਵੇਟ ਸਕੂਲ ਹਮੇਸ਼ਾ ਮਾਰਕਾ ਮਾਰਦੇ ਨੇ, ਸਰਕਾਰੀ ਸਕੂਲ ਹਮੇਸ਼ਾ ਥੱਲੇ ਰਹਿੰਦੇ ਨੇ। ਸਰਕਾਰ ਲੱਖ ਦਾਅਵੇ ਕਰੀ ਜੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਨੰਬਰ 1 ਤੇ ਆ, ਪਰ ਜੋ ਗਰਾਊਂਡ ਦੇ ਵਿੱਚ ਸਥਿਤੀ ਹੈ ਉਹ ਕਿਸੇ ਤੋਂ ਲੁਕੀ ਨਹੀਂ ਹੈ।
ਇਹਦੇ 'ਚ ਮੈਂ ਇਸ ਤੋਂ ਇੱਕ ਸਟੈਪ ਤੁਹਾਨੂੰ ਹਰਪ੍ਰੀਤ ਜੀ ਅੱਗੇ ਲੈ ਕੇ ਜਾਵਾਂਗਾ। ਜੀ ਕੱਲਾ ਉਹਨਾਂ ਨੂੰ ਸੜਕਾਂ ਤੇ ਰੁਲਣ ਦਾ ਇਸ਼ੂ ਨਹੀਂ ਹੈ, ਸਾਡਾ ਬੱਚਾ ਕੀ ਦੇਖ ਰਿਹਾ ਹੈ। ਸਾਡਾ ਬੱਚਾ ਜਿਸ ਨੇ ਇੱਕ ਇਮੇਜ ਲੈਣਾ ਸੀ ਕਿ ਅਧਿਆਪਕ ਉਹ ਹੁੰਦਾ ਹੈ ਜੋ ਕਲਾਸਰੂਮ ਦੇ ਸਾਹਮਣੇ ਬਲੈਕ ਬੋਰਡ ਤੇ ਖੜਾ ਹੋ ਕੇ ਸਾਨੂੰ ਕੁਝ ਡਿਲੀਵਰ ਕਰ ਰਿਹਾ ਹੁੰਦਾ, ਉਸ ਨੂੰ ਅਧਿਆਪਕ ਕਿਹਾ ਜਾਂਦਾ ਹੈ। ਉਸ ਦਾ ਉਹ ਇਮੇਜ ਬਣਨਾ ਜੋ ਚਾਹੀਦਾ ਸੀਗਾ, ਅੱਜ ਉਸ ਦੀਆਂ ਜੇ ਪੱਗਾਂ ਰੁਲਦੀਆਂ ਹੋਣ ਸਾਡੇ ਟੀਚਰ ਪ੍ਰਤੀ, ਸਾਡੀ ਆਉਣ ਵਾਲੀ ਜਨਰੇਸ਼ਨ ਦਾ ਜਿਹੜਾ ਹੈ ਉਹ ਕੀ ਐਟੀਟਿਊਡ ਹੋਏਗਾ, ਕੀ ਉਹਨੂੰ ਦੇਖਣਗੇ। ਔਰ ਕਦੇ ਵੀ ਵਿਦਿਆਰਥੀ, ਅੱਜ ਦਾ ਵਿਦਿਆਰਥੀ ਜਿਹੜਾ ਹੈ ਹਰਪ੍ਰੀਤ ਜੀ ਬਹੁਤ ਸੂਝਵਾਨ ਹੈ। ਅੱਗੇ ਜਦੋਂ ਇੱਕ ਟੀਚਰ ਤੇ ਸ਼ਿਸ਼ ਦਾ ਜਿਹੜਾ ਰਿਸ਼ਤਾ ਸੀ, ਜੇ ਕਹਤਾ ਵੀ ਤੇਰਾ ਟੀਚਰ ਹੈ ਉਸ ਨੂੰ ਟੀਚਰ ਮੰਨ ਲੈਂਦਾ ਸੀ। ਬਿਲਕੁਲ ਠੀਕ ਹੈ। ਅੱਜ ਉਹ ਪਹਿਲਾਂ ਦੇਖਦਾ ਹੈ ਕਿ ਭਈ ਜਿਹੜਾ ਮੈਨੂੰ ਪੜ੍ਹਾ ਰਿਹਾ ਹੈ, ਜਿਹਦੇ ਨੇ ਮੈਨੂੰ ਪੜਾਉਣਾ ਹੈ, ਉਹ ਕੀ ਹੈ, ਉਹ ਐਨਾਲਿਸਿਸ ਕਰਦਾ ਹੈ। ਐਨਾਲਿਸਿਸ ਮੀਡੀਆ ਤੋਂ ਵੀ ਕਰਦਾ ਹੈ ਕਿ ਅੱਛਾ ਇਹ ਟੀਚਰ ਹੁੰਦਾ ਹੈ ਜਿਹੜਾ ਸੜਕਾਂ ਤੇ ਜਿਹਦੀਆਂ ਪੱਗਾਂ ਉਤਰ ਰਹੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਅਸੀਂ ਇਸ ਨੂੰ ਕੱਲਾ ਅਧਿਆਪਕਾਂ ਦੀਆਂ ਮੰਗਾਂ ਨਾਲ ਹੀ ਨਾ ਜੋੜੀਏ। ਇਹ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਸ ਦਾ, ਅਧਿਆਪਕ ਦਾ ਦੇਖੋ ਕਦੇ ਕੋਈ ਸਬਸਟੀਟਿਊਟ ਨਹੀਂ ਹੋ ਜਾਂਦਾ। ਕਿੰਨਾ ਹੀ ਕੰਪਿਊਟਰ, ਕਿੰਨਾ ਹੀ ਸਾਡਾ ਮਟੀਰੀਅਲ ਜਿਹੜਾ ਹੈ ਅਸੀਂ ਉਸ ਤੋਂ ਨੈਟ ਤੋਂ ਲੈ ਲਈਏ, देयर इज नो ਸਬਸਟੀਟਿਊਟ ਆਫ ਟੀਚਰ। ਔਰ ਟੀਚਰ ਦਾ ਰਿਗਾਰਡ ਜਦ ਤੱਕ ਨਹੀਂ ਹੈ ਤਾਂ ਬੱਚਾ ਸਿੱਖ ਨਹੀਂ ਪਾਏਗਾ। ਇਸ ਲਈ ਮੈਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਹੈ। ਨਾਲੇ ਇੱਕ ਗੱਲ ਇਹ ਵੀ ਨਜ਼ਰ ਆਉਂਦੀ ਹੈ ਕਿ ਸਿਰਫ ਇਸ ਗੱਲ ਦੀ ਹੀ ਚਿੰਤਾ ਨਹੀਂ ਹੈ, ਇਸ ਤੋਂ ਵੱਧ ਚਿੰਤਾ ਇਹ ਵੀ ਹੈ ਅੱਜ ਅਧਿਆਪਕ ਜੇਕਰ ਸੜਕਾਂ ਤੇ ਰੁਲ ਰਿਹਾ ਤਾਂ ਕਿਹੜੇ ਮਾਪੇ ਕਹਿਣਗੇ ਕਿ ਤੂੰ ਅਧਿਆਪਕ ਬਣ, ਕਿਹੜੇ ਮਾਪੇ ਕਹਿਣਗੇ ਤੂੰ ਈਟੀਟੀ ਜਾਂ ਟੈਟ ਕਲੀਅਰ ਕਰ। ਇਹ ਇੰਨਾ ਕਰਨ ਦੇ ਬਾਵਜੂਦ ਵੀ ਤੁਹਾਨੂੰ ਆਪਣੇ ਧਰਨੇ ਮਾਰਨੇ ਪੈਣ, ਟੈਂਕੀਆਂ ਤੇ ਚੜ੍ਹਨਾ ਪਵੇ, ਤਾਂ ਕਿਹੜਾ ਮਾਪੇ ਹੋਏਗਾ ਜਿਹੜੇ ਬੱਚੇ ਨੂੰ ਆਪਣੇ ਨੂੰ ਕਹੇਗਾ ਕਿ ਤੂੰ ਅਧਿਆਪਕ ਬਣ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਵਟਸਐਪ ਸਵਾਲ ਇਹ ਵੀ ਖੜਾ ਹੁੰਦਾ ਕਿ ਬੱਚੇ ਕੀ ਦੇਖਦੇ ਨੇ ਜਾਂ ਬੱਚੇ ਕੀ ਸਮਝਦੇ ਨੇ। ਜਿਵੇਂ ਢੋਲ ਸਾਹਿਬ ਹੋਰਾਂ ਨੇ ਬੜਾ ਚੰਗਾ ਸਵਾਲ ਚੁੱਕਿਆ ਕਿ ਅੱਜ ਜੋ ਅਧਿਆਪਕਾਂ ਦਾ ਹਾਲ ਹੋ ਰਿਹਾ ਕਿ ਉਹ ਬੱਚੇ ਦੇਖਦੇ ਨੇ ਕਿ ਇਹ ਸਾਡੇ ਅਧਿਆਪਕ ਨੇ ਜੋ ਰੁਲ ਰਹੇ ਨੇ। ਔਰ ਕਈ ਤਰ੍ਹਾਂ ਦੇ ਸਵਾਲ ਤੁਹਾਡੇ ਤੇ ਵੀ, ਅਧਿਆਪਕਾਂ ਤੇ ਵੀ ਚੁੱਕੇ ਜਾਂਦੇ ਨੇ, ਸਰਕਾਰਾਂ ਵੀ ਸਵਾਲ ਚੁੱਕਦੀਆਂ ਨੇ ਕਿ ਇਹਨਾਂ ਦਾ ਕੰਮ ਹੁੰਦਾ ਹੈ ਕਿ ਤੁਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਓ। ਤੁਸੀਂ ਸਕੂਲਾਂ ਦੇ ਵਿੱਚ ਕੰਮਕਾਰ ਛੱਡ ਕੇ, ਪੜ੍ਹਾਉਣਾ ਛੱਡ ਕੇ ਜਦੋਂ ਸੜਕਾਂ ਤੇ ਧਰਨੇ ਮਾਰਦੇ ਹੋ ਤਾਂ ਸਿੱਧਾ ਨੁਕਸਾਨ ਉਹਦਾ ਬੱਚਿਆਂ ਦਾ ਹੁੰਦਾ। ਤੁਸੀਂ ਐਤਵਾਰ ਆਪਣੀ ਛੁੱਟੀ ਵਾਲੇ ਦਿਨ ਧਰਨੇ ਲਾਓ, ਤੁਸੀਂ ਜਦੋਂ ਗਸਟਡ ਹੋਲੀਡੇ ਹੋਵੇ ਉਦੋਂ ਲਾਓ, ਪਰ ਤੁਸੀਂ ਕੰਮਕਾਰ ਛੱਡ ਕੇ, ਸਕੂਲ ਬੰਦ ਕਰਕੇ, ਪੜ੍ਹਾਈਆਂ ਬੰਦ ਕਰਕੇ ਜਦੋਂ ਸੜਕਾਂ ਤੇ ਆਉਂਦੇ ਹੋ ਉਹਦਾ ਅਸਰ ਸਰਕਾਰ ਤੇ ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ, ਬੱਚਿਆਂ ਤੇ ਜ਼ਰੂਰ ਹੁੰਦਾ। ਹਾਂਜੀ, ਅਸੀਂ ਮਤਲਬ ਜਿਹੜੇ ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਪੰਜਾਬ ਹੈ, ਅਸੀਂ ਪਿਛਲੇ ਮਤਲਬ 3-4 ਮਹੀਨਿਆਂ ਤੋਂ ਆਪਣੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਅਸੀਂ ਮਤਲਬ ਸਕੂਲਾਂ 'ਚ ਕੰਮ ਉਵੇਂ ਇਸ ਤਰ੍ਹਾਂ ਹੀ ਕਰ ਰਹੇ ਹਾਂ। ਅਸੀਂ ਸਕੂਲਾਂ ਵਾਲੇ ਕੰਮ ਦਾ ਬਾਈਕਾਟ ਨਹੀਂ ਕੀਤਾ। ਅਸੀਂ ਛੁੱਟੀ ਵਾਲੇ ਦਿਨ ਹੀ ਇੱਕ ਮਤਲਬ ਆਪਣਾ ਰੋਸ ਪ੍ਰਦਰਸ਼ਨ ਜ਼ਾਹਰ ਕਰ ਰਹੇ ਹਾਂ। ਜਿਵੇਂ ਢੋਲ ਸਾਹਿਬ ਨੇ ਦੱਸਿਆ ਕਿ ਇੱਕ ਬੱਚੇ ਦੇ ਸਾਹਮਣੇ, ਮੈਂ ਉਹਦੇ ਨਾਲ ਤੁਹਾਨੂੰ ਜੁੜੀ ਹੋਈ ਗੱਲ ਦੱਸਦਾ। ਜਿਹੜੇ ਸਾਡੇ ਸਕੂਲਾਂ ਦੇ ਵਿੱਚ ਬੱਚੇ ਨੇ ਉਹ ਸਾਥੋਂ ਪੜ੍ਹ ਕੇ ਮਤਲਬ IIT ਦੇ ਵਿੱਚ ਗਏ ਨੇ, ਕੁਝ ਬੱਚਿਆਂ ਨੇ CA ਵੀ ਮਤਲਬ ਬਣ ਗਏ ਨੇ ਉਹ, ਕਿਉਂਕਿ 14 ਦੇ ਚੱਲੇ ਹੋਏ ਨੇ ਸਕੂਲ। ਪਰ ਅੱਜ ਸਾਨੂੰ ਸਾਡਾ ਮਤਲਬ ਮੀਡੀਆ ਤੇ ਗੱਲ ਉੱਠੀ ਹੋਈ ਹੈ ਤੇ ਬੱਚੇ ਸਾਨੂੰ ਇਹ ਮਤਲਬ ਮੈਸੇਜ ਕਰ ਰਹੇ ਨੇ, ਸਾਨੂੰ ਇੱਕ ਲਹਿਰ ਚਲਾਈ ਹੋਈ ਹੈ ਬੱਚਿਆਂ ਨੇ ਵੀ ਸਾਡੇ ਜਿਹੜੇ ਟੀਚਰ ਨੇ, ਕਿਉਂਕਿ ਬੱਚਾ 10 ਸਾਲ ਸਰਕਾਰੀ ਸਕੂਲ 'ਚ ਪੜ੍ਹ ਕੇ ਜਦੋਂ ਮੈਰੀਟੋਰੀਅਸ 'ਚ ਆਇਆ ਤੇ ਉਹ ਟੀਚਰ ਦਾ ਕੰਪੈਰੀਜ਼ਨ ਕਰਦਾ ਉਸ ਪਲੇਟਫਾਰਮ ਤੇ ਆ ਕੇ। ਸੋ ਉਹ ਕਹਿੰਦੇ ਵੀ ਸਾਡੇ ਇੰਨੇ ਕੁਆਲੀਫਾਈਡ ਟੀਚਰ ਸਰਕਾਰ ਨੇ ਸੜਕਾਂ ਤੇ ਮਤਲਬ ਕਿਉਂ ਰੋਲੇ ਹੋਏ ਨੇ, ਕਿਉਂਕਿ ਸਾਡੀ ਜਿਹੜੀ ਸਥਿਤੀ ਇੰਨੀ ਮਾੜੀ ਕਰ ਦਿੱਤੀ ਗਈ ਹੈ ਕਿ ਜਿਹੜਾ ਸਾਡਾ ਕੰਟਰੈਕਟ ਵਧਾਇਆ ਜਾ ਰਿਹਾ ਹੈ ਉਹ 6-6 ਮਹੀਨਿਆਂ ਦਾ, 3-3 ਮਹੀਨਿਆਂ ਦਾ ਵਧਾਇਆ ਜਾ ਰਿਹਾ ਹੈ। ਮਤਲਬ ਸਰਕਾਰ ਦੀ ਕਾਰਜਕਾਰੀ ਦੇਖੋ ਕਿਸ ਪ੍ਰਕਾਰ ਦੀ, ਵੀ ਮੈਰੀਟੋਰੀਅਸ ਸਕੂਲਾਂ ਦਾ ਜਿਹੜਾ ਅਧਿਆਪਕ ਹੈ, ਜਿਹੜਾ ਇਹਨਾਂ ਦੀ ਪਾਲਿਸੀ ਵੀ ਸਵੀਕਾਰ ਕਰ ਚੁੱਕਿਆ ਹੈ, ਜਿਹੜੀ ਮਤਲਬ ਕਿੰਨੀ ਮਾੜੀ ਪਾਲਿਸੀ ਹੈ ਸਰਕਾਰ ਦੀ, ਉਹਨੂੰ ਸਵੀਕਾਰ ਕਰਨ ਦੇ ਬਾਵਜੂਦ ਵੀ ਮਤਲਬ ਟੀਚਰ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਹ ਅਸੀਂ ਤਾਂ ਮਤਲਬ ਮੈਂ ਜਵਾਬ ਕੈਬਨਿਟ ਮਿਨਿਸਟਰ ਤੋਂ ਸਾਰਿਆਂ ਨੂੰ ਮਿਲਿਆ, ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਤੋਂ ਮੰਗ ਕੀ ਰਹੇ ਹਾਂ। ਤੁਹਾਨੂੰ ਵੀ ਉਹਦਾ ਕਾਰਨ ਉਹੀ ਲੱਗਦਾ ਜੋ ਢੋਲ ਸਾਹਿਬ ਇਸ਼ਾਰਾ ਕਰ ਰਹੇ ਨੇ ਕਿ ਬੜੇ ਸਾਰੇ ਅਫਸਰ ਹੁੰਦੇ ਨੇ, ਬੜੇ ਸਾਰੇ ਸਿੱਖਿਆ ਸਕੱਤਰ ਅਜਿਹੇ ਨੇ ਜਿਹੜੇ ਗਲਤ ਗਾਈਡੈਂਸ ਵੀ ਦਿੰਦੇ ਨੇ ਔਰ ਗਲਤ ਗਾਈਡ ਕਰਕੇ ਉੱਤੇ ਅੜੇ ਰਹਿੰਦੇ ਨੇ ਕਿ ਨਹੀਂ ਮੈਂ ਠੀਕ ਆ ਜੋ ਕਰ ਰਿਹਾ। ਦੇਖੋ ਬਿਲਕੁਲ ਮੈਂ ਇਸ ਗੱਲ ਨਾਲ ਐਗਰੀ ਕਰਦਾ ਢੋਲ ਸਾਹਿਬ ਨੇ ਜਿਹੜੀ ਗੱਲ ਕਰੀ ਹੈ, ਕਿਉਂਕਿ ਅਫਸਰ ਸਾਹੀ ਨੂੰ ਪਤਾ ਹੁੰਦਾ ਹੈ ਕਿ ਇਹ ਅਧਿਆਪਕ ਕੌਣ ਨੇ, ਇਹਨਾਂ ਦੀ ਭਰਤੀ ਕਿਸ ਤਰ੍ਹਾਂ ਦੀ ਹੈ, ਇਹਨਾਂ ਸਕੂਲਾਂ ਦਾ ਮਤਲਬ ਕੀ ਯੋਗਦਾਨ ਹੈ ਪੰਜਾਬ ਦੇ ਸਿੱਖਿਆ ਦੇ ਖੇਤਰ ਦੇ ਵਿੱਚ। ਕਿਉਂਕਿ ਮੰਤਰੀ ਸਾਹਿਬਾਨ ਨੂੰ ਤਾਂ ਮਤਲਬ ਅਫਸਰ ਸਾਹੀ ਗਾਈਡ ਕਰਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਕਿਉਂਕਿ ਮੈਂ ਜਿਹੜੇ ਸਾਡੇ 3 ਪ੍ਰੈਜ਼ੀਡੈਂਟ ਸਿੱਖਿਆ ਮੰਤਰੀ ਹੋ ਚੁੱਕੇ ਨੇ ਹੁਣ ਤੱਕ ਇਸ ਸਰਕਾਰ ਦੇ ਵਿੱਚ, ਅਰੁਣਾ ਚੌਧਰੀ ਜੀ ਨੂੰ ਮਿਲਿਆ ਮੈਂ, OP ਸੋਨੀ ਜੀ ਨੂੰ ਮਿਲਿਆ ਮੈਂ, ਬਜਿੰਦਰ ਸਿੰਗਲਾ ਜੀ ਨੂੰ ਵੀ ਮਿਲਿਆ। ਮਤਲਬ ਸਾਡੀ ਮੰਗ ਦਾ ਉਹਨਾਂ ਕੋਲ ਜਵਾਬ ਹੈ ਨਹੀਂ, ਸਾਰੀ ਕੈਬਨਿਟ ਨੂੰ ਮਿਲਿਆ, ਮੈਂ ਇੱਕ ਵੀ ਕੈਬਨਿਟ ਮਿਨਿਸਟਰ ਨੂੰ ਨਹੀਂ ਛੱਡਿਆ। ਅੱਜ ਹੁਣ ਸਾਡੀਆਂ ਪ੍ਰੀਵੀਅਸ 2 ਸਾਡੇ ਜਿਹੜੇ MP ਸਿੰਘ ਨੇ, ਸੈਕਟਰੀ ਟੂ OSD ਮੁੱਖ ਮੰਤਰੀ ਸਾਹਿਬ, ਇੱਕ ਮੇਰੀ 24 ਤਰੀਕ ਨੂੰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਹੈ, ਇੱਕ ਸਾਡੀ 2 ਤਰੀਕ ਨੂੰ ਮੀਟਿੰਗ ਹੋਈ ਹੈ। ਜਦੋਂ ਅਸੀਂ ਉਹਨਾਂ ਮੂਹਰੇ ਆਪਣੀ ਫਾਈਲ ਰੱਖੀ ਹੈ, 31 ਤਰੀਕ ਵਾਲਾ ਜਿਹੜਾ ਨੋਟਿਸ ਰੱਖਿਆ ਸੀ ਜਿਹੜਾ 2018 ਚ ਗਵਰਨਮੈਂਟ ਜਾਰੀ ਕਰਦੀ ਆ, ਉਹ ਖੁਦ ਮੰਨੇ ਨੇ ਵੀ ਇਹ ਟੈਕਨੀਕਲੀ ਗਲਤੀ ਹੋਈ ਹੈ ਸਰਕਾਰ ਤੋਂ। ਮਤਲਬ ਸਾਨੂੰ ਬੜਾ ਮਤਲਬ ਬੁਰਾ ਲੱਗਿਆ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ। ਜਦੋਂ ਅਸੀਂ ਇਸੇ ਪਾਲਿਸੀ ਤੇ 8886 ਅਧਿਆਪਕਾਂ ਨੂੰ ਕਰ ਸਕਦੇ ਹਾਂ ਤਾਂ 200 ਤੁਹਾਨੂੰ ਕਿਉਂ ਨਹੀਂ ਕਰ ਸਕਦੇ? ਸੋ ਉਹਨਾਂ ਨੇ ਹੁਣ ਸਾਨੂੰ ਇਸ ਮਤਲਬ ਇੱਕ ਤਰ੍ਹਾਂ
ਦਾ ਭਰੋਸਾ ਦਿੱਤਾ ਕਿ ਅਸੀਂ ਕੇਸ ਤੁਹਾਡਾ ਪੁੱਟ ਅਪ ਕੀਤਾ ਈਐਮ ਸਾਹਿਬ ਨੂੰ ਤੇ ਸੈਕਟਰੀ ਸਾਹਿਬ ਨੂੰ, ਜਲਦੀ ਸਾਡੇ ਕੋਲੇ ਆਊਗਾ। ਸੋ ਜਿਹੜੇ ਸਾਡੇ ਅਧਿਆਪਕ ਨੇ ਬੜੇ ਨਿਰਾਸ਼ ਨੇ। ਕੱਲ ਨੂੰ ਅਧਿਆਪਕ ਦਿਵਸ ਹੈ, ਅਸੀਂ ਮਤਲਬ ਅੰਮ੍ਰਿਤਸਰ ਵਿਖੇ ਤੇ ਸੰਗਰੂਰ ਵਿਖੇ ਕੱਲ ਨੂੰ ਸ਼ਾਮ ਨੂੰ ਮਸ਼ਾਲ ਮਾਰਚ ਤੇ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਤੇ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ 275 ਅਧਿਆਪਕ ਨੇ, ਇਹ ਅਧਿਆਪਕਾਂ ਦੀ ਤੁਸੀਂ ਕੁਆਲੀਫਿਕੇਸ਼ਨ ਚੈੱਕ ਕਰ ਲਓ, ਸਾਡੇ ਬੱਚਿਆਂ ਨੂੰ ਪੁੱਛੋ। ਸਾਡੇ ਬੱਚਿਆਂ ਨੂੰ ਤੁਸੀਂ ਪੜਾਇਆ ਬਿਲਕੁਲ, ਜਿਹੜੇ ਸਾਡੇ ਬੱਚੇ ਨੇ ਉਹ ਮਤਲਬ ਜਿੱਥੇ ਹੁਣ ਐਟ ਅ ਟਾਈਮ ਸਟੱਡੀ ਕਰ ਰਹੇ ਨੇ, ਮੈਂ ਤੁਹਾਨੂੰ ਪਿਛਲੇ ਦੱਸਿਆ ਹੁਣੇ ਜਿਹੜੀ ਵੈਟਰਨਰੀ ਭਰਤੀ ਹੋ ਰਹੀ ਹੈ ਪੰਜਾਬ ਸਰਕਾਰ, 20 ਬੱਚੇ ਸਾਡੇ ਸ਼ਾਰਟ ਲਿਸਟ ਹੋਏ ਨੇ ਉਹਦੇ ਵਿੱਚ। ਮਤਲਬ ਮੈਂ ਤੁਹਾਨੂੰ ਇੱਕ ਡਾਟਾ ਜਲਦੀ ਦੱਸਿਆ, ਮਤਲਬ ਜਿਹੜੀ ਫਾਈਨਲ ਲਿਸਟ ਹੋਣੀ ਸਾਡੀ ਗਿਣਤੀ 20 ਦੇ ਵਿੱਚੋਂ ਵੀ ਜ਼ਿਆਦਾ ਬੱਚੇ ਮਤਲਬ ਇਹਦੇ ਵਿੱਚ ਆਉਣੇ ਨੇ। ਬੜਾ ਜ਼ਰੂਰੀ ਹੈ ਕਿ ਸੁਨਹਿਰੀ ਭਵਿੱਖ ਜਿਹਨਾਂ ਬੱਚਿਆਂ ਦਾ ਬਣਾਉਂਦੇ ਨੇ ਉਹਨਾਂ ਦਾ ਆਪਣਾ ਭਵਿੱਖ ਤਾਂ ਰੌਸ਼ਨ ਜ਼ਰੂਰ ਹੋਣਾ ਚਾਹੀਦਾ। ਜੇਕਰ ਉਹਨਾਂ ਦਾ ਆਪਣਾ ਹੀ ਭਵਿੱਖ ਹਨੇਰੇ 'ਚ ਹੋਏਗਾ ਫਿਰ ਉਹ ਰੌਸ਼ਨ ਭਵਿੱਖ ਦੀ ਕਾਮਨਾ ਅਸੀਂ ਕਰ ਵੀ ਕਿਵੇਂ ਸਕਦੇ। ਕੰਬੋਜ ਸਾਹਿਬ, ਹੁਣ ਸਵਾਲ ਇਹ ਹੈ ਕਿ ਅੱਗੇ ਹੁਣ ਹੋਏਗਾ ਕੀ? ਕਿਉਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਸ਼ਾਇਦ ਡੰਗ ਟਪਾ ਰਹੀ ਹੈ ਕਿ ਡੰਗ ਟੱਪ ਜੇ ਇਲੈਕਸ਼ਨ ਕੋਡ ਲੱਗ ਜੇ, ਚੋਣ ਜਾਬਤਾ ਲੱਗ ਜੇ, ਫਿਰ ਅਸੀਂ ਇਹ ਕਹਿਣ ਜੋਗੇ ਹੋਵਾਂਗੇ ਕਿ ਹੁਣ ਤਾਂ ਚੋਣ ਜਾਬਤਾ ਲੱਗ ਗਿਆ, ਅਸੀਂ ਕੁਝ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਸਰ, ਜਿਸ ਤਰ੍ਹਾਂ ਹੁਣੇ ਬਾੜ ਸਾਹਿਬ ਵੀ ਗੱਲ ਕਰ ਰਹੇ ਸੀ, ਦੇਖੋ ਸਿੱਖਿਆ ਸਕੱਤਰ ਜੋ ਪੰਜਾਬ ਹੈਗੇ ਆ, ਤਾਂ ਇਹਨਾਂ ਦੀ ਜਿਹੜੀ ਪਾਲਿਸੀ ਰਹੀ ਹੈ ਕ੍ਰਿਸ਼ਨ ਕੁਮਾਰ ਜੀ ਦੀ, ਤਾਂ ਇਹਨਾਂ ਦੀ ਜਿਹੜੀ ਪਾਲਿਸੀ ਹੈਗੀ ਹੈ ਉਹ ਕੋਈ ਬਹੁਤੀ ਅੱਛੀ ਨਹੀਂ ਰਹੀ ਹੈਗੀ ਅੱਜ ਤੱਕ। ਜੇਕਰ ਇਹਨਾਂ ਨੇ ਸਮਾਰਟ ਸਕੂਲ ਵੀ ਵਿਖਾਏ ਹੈ ਤਾਂ ਸਮਾਰਟ ਸਕੂਲਾਂ ਦੀ ਸਰ ਗੱਲ ਕਰ ਲਈਏ, ਸਮਾਰਟ ਸਕੂਲ ਜ਼ਰੂਰ ਵਿਖਾਏ ਹੈਗੇ ਆ, ਦੀਵਾਰਾਂ ਦੇ ਉੱਪਰ ਜ਼ਰੂਰ ਪੋਲਿਸ਼ਿੰਗ ਜ਼ਰੂਰ ਹੋ ਗਈ ਹੈ, ਲੇਕਿਨ ਇਨਫਰਾਸਟ੍ਰਕਚਰ ਵਿੱਚ ਕੁਝ ਨਹੀਂ ਹੈਗਾ। ਅਧਿਆਪਕ ਸਰ ਨਹੀਂ ਹੈਗੇ। ਅੱਜ ਸਰ ਤੁਹਾਨੂੰ ਤੁਸੀਂ ਗੱਲ ਕਰ ਰਹੇ ਸੀ ਟਾਵਰ ਦੀ, ਤਾਂ 135 ਦਿਨ ਟਾਵਰ ਤੇ ਰਹਿ ਕੇ ਇੱਕ ਟੀਚਰ ਪੋਸਟਾਂ ਕਢਵਾ ਰਿਹਾ ਪ੍ਰਾਇਮਰੀ ਦੀਆਂ ਪੋਸਟਾਂ ਦੇ ਵਾਸਤੇ, 135 ਦਿਨ ਜੇਕਰ ਸੀਐਮ ਦੀ ਸਿਟੀ ਦੇ ਵਿੱਚ ਉਸ ਨੂੰ ਟਾਵਰ ਤੇ ਰਹਿਣਾ ਪਿਆ, ਆਖਰਕਾਰ ਕੌਣ ਆਪਣੇ ਬੱਚਿਆਂ ਨੂੰ ਇਨ ਫਿਊਚਰ ਜਿਹੜਾ ਹੈਗਾ ਉਹ ਈਟੀਟੀ ਕਰਵਾਊਗਾ ਜਾਂ ਉਹਨੂੰ ਕਹੂਗਾ ਕਿ ਬੇਟੇ ਤੂੰ ਆਪਣੇ ਅਧਿਆਪਕ ਬਣ ਜਾ? ਬਿਲਕੁਲ ਠੀਕ ਹੈ ਤੁਹਾਡੀ ਗੱਲ। ਪੋਸਟਾਂ ਕਢਾਉਣੇ ਦੇ ਵਾਸਤੇ ਮਨੀਸ਼ ਜੋ ਹੈ ਉਹ ਅਸਰ ਸੰਗਰੂਰ ਟੈਂਕੀ ਤੇ ਅੱਜ ਉਸ ਨੂੰ ਫਿਰ 15 ਦਿਨ ਹੋ ਗਏ, ਉਹ ਐਸਐਸਟੀ ਪੰਜਾਬੀ ਔਰ ਹਿੰਦੀ ਦੀਆਂ ਪੋਸਟਾਂ ਵਾਸਤੇ ਉਹਨਾਂ ਦਾ ਵੀ 7 ਮਹੀਨੇ ਤੋਂ ਮੋਰਚਾ ਚੱਲ ਰਿਹਾ ਹੈਗਾ ਜੀ। ਔਰ ਉਹ ਅੱਜ 13 ਦਿਨਾਂ ਤੋਂ ਮਨੀਸ਼ ਵੀ ਜਿਹੜਾ ਉਹ ਟੈਂਕੀ ਦੇ ਉੱਪਰ ਉਸ ਨੂੰ ਵੀ ਚੜਨਾ ਪੈ ਰਿਹਾ। ਔਰ ਉਸ ਸਕੂਲ ਦੇ ਜਿਹੜੇ ਬੱਚੇ ਹੈਗੇ ਜਿਹੜੇ ਮਨੀਸ਼ ਕੋਲ ਪ੍ਰਾਈਵੇਟ ਸਕੂਲ 'ਚ ਪੜ੍ਹੇ ਹੋਏ ਆ, ਉਹਨਾਂ ਨੇ ਵੀ ਇੱਕ ਵੀਡੀਓ ਪਾਈ ਸੀਗੀ ਕਿ ਸਾਡੇ ਜਿਹੜੇ ਅਧਿਆਪਕ ਹੈਗੇ ਆ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦੀਆਂ ਬੀਐਡ ਦੀਆਂ ਐਸਐਸਟੀ ਪੰਜਾਬੀ ਹਿੰਦੀ ਦੀਆਂ ਪੋਸਟਾਂ ਕੱਢ ਕੇ ਇਹਨਾਂ ਨੂੰ ਵੀ ਜਿਹੜਾ ਹੈਗਾ ਉਹ ਇਹ ਟੈਟ ਪਾਸ ਹੈਗੇ ਆ ਔਰ ਇਹਨਾਂ ਨੂੰ ਵੀ ਰੁਜ਼ਗਾਰ ਦਿੱਤਾ ਜਾਏ। ਈਟੀਟੀ ਵਾਲਿਆਂ ਵਾਸਤੇ ਵੀ ਬੱਚਿਆਂ ਨੇ ਗੁਹਾਰ ਲਗਾਈ। ਸੋ ਜੋ ਟੀਚਰ ਜਿਹੜੇ ਹੈਗੇ ਉਹਨਾਂ ਦਾ ਆਪਸ ਦੇ ਵਿੱਚ ਰੰਜਿਸ਼ ਕੋਈ ਨਹੀਂ ਹੈਗੀ ਕੈਟਾਗਰੀਆਂ ਦੀ, ਲੇਕਿਨ ਕਿਤੇ ਨਾ ਕਿਤੇ ਸਿੱਖਿਆ ਸਕੱਤਰ ਜੋ ਪੰਜਾਬ ਹੈ ਉਹਨਾਂ ਦੀ ਜਿਹੜੀਆਂ ਗਲਤ ਪਾਲਿਸੀਆਂ ਹੈਗੀਆਂ, ਉਹਨਾਂ ਦੀ ਪਾਲਿਸੀਆਂ ਦੀ ਵਜ੍ਹਾ ਕਰਕੇ ਬੀਐਡ ਈਟੀਟੀ ਆਪਸ ਵਿੱਚ ਲੜ ਰਹੀ ਹੈ। ਈਟੀਟੀ ਕੱਚੇ ਮੁਲਾਜ਼ਮ ਆਪਸ ਦੇ ਵਿੱਚ ਲੜ ਰਹੇ ਹੈਗੇ ਆ ਔਰ ਕੱਚੇ ਮੁਲਾਜ਼ਮ ਔਰ ਨਵੇਂ ਐਂਟੀਟੀ ਫਰੈਸ਼ਰ ਬੱਚੇ ਜਿਹੜੇ ਹੈਗੇ ਆ ਉਹ ਆਪਸ ਦੇ ਵਿੱਚ ਜਿਹੜਾ ਉਹ ਲੜ ਰਹੇ ਹੈਗੇ। ਸੋ ਸਾਰੀਆਂ ਕੈਟਾਗਰੀਆਂ ਨੂੰ ਜਿਹੜਾ ਉਹ ਉਲਝਾਇਆ ਔਰ ਕੋਰਟ ਕੇਸਾਂ ਦੇ ਵਿੱਚ ਸਰ ਸਾਰੀਆਂ ਭਰਤੀਆਂ ਕੋਰਟ ਕੇਸਾਂ ਦੇ ਵਿੱਚ ਜਾ ਰਹੀਆਂ ਹੈਗੀਆਂ। 435 ਪੋਸਟਾਂ ਆਈਆਂ। ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਮਸਲੇ ਕੋਰਟ ਕੇਸਾਂ ਦੇ ਵਿੱਚ ਰੁੱਲ ਗਏ ਉਹ ਠੰਡੇ ਬਸਤੇ ਦੇ ਵਿੱਚ ਪੈ ਹੀ ਜਾਂਦੇ ਨੇ, ਉਹਨਾਂ ਦਾ ਜਲਦੀ ਨਿਪਟਾਰਾ ਨਹੀਂ ਹੁੰਦਾ। ਪੈਸੇ ਦੀ ਵੀ ਦੁਰਵਰਤੋਂ ਹੁੰਦੀ ਹੈ, ਪੈਸਾ ਵੀ ਫਜ਼ੂਲ ਜਾਈ ਜਾਂਦਾ। ਇਸ ਤੋਂ ਇਲਾਵਾ ਲੰਬਾ ਸਮਾਂ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਔਰ ਨਤੀਜੇ ਸਿਫਰ ਹੀ ਨਿਕਲਦੇ ਨੇ। ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਬਣੇ ਰਹਿਣ ਦੇ ਲਈ। ਸੋ ਅਧਿਆਪਕ ਦਿਵਸ ਤੇ ਅਧਿਆਪਕਾਂ ਦਾ ਦਰਦ ਕੀ ਹੈ, ਅਧਿਆਪਕਾਂ ਦੇ ਦੁੱਖ ਕੀ ਨੇ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਸਰਕਾਰਾਂ ਦੇ ਸਾਹਮਣੇ ਉਹਨਾਂ ਦਾ ਦਰਦ ਲਿਆਉਣ ਦੀ ਜ਼ਰੂਰਤ ਹੈ ਔਰ ਪੂਰੇ ਸਮਾਜ ਦਾ ਇਹ ਦਰਦ ਹੈਗਾ। ਜੇ ਅਧਿਆਪਕ ਹੀ ਠੀਕ ਨਹੀਂ ਰਹੇਗਾ, ਜੇ ਅਧਿਆਪਕ ਦਾ ਹੀ ਫਿਊਚਰ ਅੰਧੇਰੇ 'ਚ ਰਹੇਗਾ ਤਾਂ ਉਹ ਰੌਸ਼ਨ ਭਵਿੱਖ ਦੀ ਅਸੀਂ ਕਾਮਨਾ ਕਿਵੇਂ ਕਰ ਸਕਦੇ ਹਾਂ। ਇਸ ਕਰਕੇ ਇਹਨਾਂ ਅਧਿਆਪਕਾਂ ਦੀ ਆਵਾਜ਼ ਆਮ ਜਨਤਾ ਤੱਕ ਵੀ ਪਹੁੰਚਾਉਣ ਦੀ ਬੜੀ ਜ਼ਰੂਰਤ ਸੀ ਕਿ ਜੋ ਇਹਨਾਂ ਦੀਆਂ ਡਿਮਾਂਡਸ ਨੇ, ਮੰਗਾਂ ਨੇ, ਉਹ ਬਿਲਕੁਲ ਜਾਇਜ਼ ਨੇ। ਇਸੇ ਕਰਕੇ ਸਰਕਾਰਾਂ ਨੂੰ ਇਹ ਮੰਗਾਂ ਮੰਨਣੀਆਂ ਚਾਹੀਦੀਆਂ ਨੇ, ਤੁਰੰਤ ਪ੍ਰਭਾਵ ਨਾਲ ਮੰਨਣੀਆਂ ਚਾਹੀਦੀਆਂ ਨੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।